ਹਾਲੇਲੂਇਆ। ਪ੍ਰੋਫਿਟ ਜੀ ਸਿਸਟਰ ਦੱਸ ਰਹੇ ਨੇ ਕਿ ਸਵੇਰ ਤੋਂ ਇਹਨਾਂ ਦਾ ਬਹੁਤ ਹੀ ਜ਼ਿਆਦਾ ਭਾਰਾ ਸੀ ਔਰ ਇਹਨਾਂ ਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਸੀ ਔਰ ਇਹਨਾਂ ਨੂੰ ਉਲਟੀ ਦਾ ਮਨ ਹੋ ਰਿਹਾ ਸੀ ਔਰ ਉਲਟੀ ਕਰਕੇ ਆਏ ਬਾਹਰ। ਉਹ ਦੱਸ ਰਹੇ ਨੇ ਕਿ ਖੱਟੇ ਕਲਰ ਦੀ ਉਲਟੀ ਆਈ ਜਦੋਂ ਫਾਇਰ ਪ੍ਰੇਅਰ ਹੋ ਰਹੀ ਸੀ, ਬਹੁਤ ਹੀ ਜ਼ਿਆਦਾ ਘਬਰਾਹਟ ਹੋ ਰਹੀ ਸੀ ਔਰ ਜਦੋਂ ਖੱਟੇ ਕਲਰ ਦੀ ਉਲਟੀ ਆਈ ਪਰ ਹੁਣ ਬਿਲਕੁਲ ਠੀਕ ਹੈਗੇ ਨੇ। ਸਭ ਜਨ ਜ਼ੋਰਦਾਰ ਤਾਰੀਫ ਕਰਾਂਗੇ। ਓਨਲੀ ਮਿਊਜ਼ਿਕ। ਸਿਸਟਰ ਦੱਸ ਰਹੇ ਨੇ ਕਿ ਇੱਕ ਹਫ਼ਤੇ ਤੋਂ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਉੱਚਾ ਸੁਣਾਈ ਦਿੰਦਾ ਸੀ ਔਰ ਫਾਇਰ ਪ੍ਰੇਅਰ ਦੇ ਵਿੱਚ ਪਰਮੇਸ਼ਵਰ ਨੇ ਛੂ ਕੇ ਇਹਨਾਂ ਨੂੰ ਸ਼ਿਫਾ ਦਿੱਤੀ, ਬਿਲਕੁਲ ਫ੍ਰੀ ਹੋ ਚੁੱਕੇ ਨੇ। ਯਾਰ ਇਹਨੂੰ ਸਹੀ ਕਰ ਲਓ ਮਾੜਾ ਜਿਹਾ, ਇਹਦੀ ਵਿਸਲ ਘਟਾ ਦਿਓ, ਥੋੜਾ ਪ੍ਰੈਸ਼ਰ ਘਟਾ ਦਿਓ, ਕੋਈ ਪ੍ਰੈਸ਼ਰ ਥੋੜਾ ਡਾਊਨ ਕਰ ਦੇ, ਕੋਈ ਗੱਲ ਨਹੀਂ। ਕੋਈ ਨਹੀਂ, ਅਸੀਂ ਇੱਥੇ ਬਾਹਰ ਵੱਡੇ ਹਾਲ 'ਚ ਨਹੀਂ ਬੈਠੇ, ਘਰ ਦੇ ਵਿੱਚ ਮੀਟਿੰਗ ਹੋਣ ਡਈ ਆ। ਹਾਲੇਲੂਇਆ। ਹਾਂ ਓਕੇ ਆ। ਕਿਹੜੇ ਕੰਨ ਤੋਂ ਚੈੱਕ ਕਰੋ ਪਹਿਲੇ, ਕਿਹੜਾ ਕੰਨ ਸੀ, ਕਿਹੜਾ ਕੰਨ ਸੀ ਇਹ ਕੰਨ ਤੋਂ, ਕਿਹੜਾ ਸੁਣਦਾ ਸੀ ਕਿਹੜਾ ਨਹੀਂ ਸੀ ਸੁਣਦਾ, ਉੱਚਾ ਸੁਣਦਾ। ਹੁਣ ਜਿਹੜਾ ਸੁਣਦਾ ਉਹ 'ਚ ਕੰਨ ਚੁੰਗਲ ਰੱਖੋ ਆਪਣੀ ਪੂਰਾ ਟਾਈਟ ਕਰਕੇ। ਤੂੰ ਜਾ ਉਂਗਲ ਰੱਖ ਪਿੱਤਲੇ ਬਨੇ ਪੈਣਾ, ਉਂਗਲ ਵੇਖ ਕਿੱਦਾਂ ਦੇਣੀ ਕੰਨ 'ਚ, ਕੰਨ ਚੁੰਗਲ ਕਿੱਦਾਂ ਦੇਈਦੀ ਭਲਾ, ਦੇਤੀ ਹੈ ਨਾ। ਤੂੰ ਸਾਈਡ ਤੇ ਕਰਕੇ ਨੀਲੂ ਹੁਣ ਬੋਲ। ਨਹੀਂ ਤੁਸੀਂ ਬੋਲਣਾ, ਜਦੋਂ ਹਾਲੇਲੂਇਆ ਬੋਲੇਗੀ ਤੁਹਾਨੂੰ ਸੁਣਾਈ ਦੇਗਾ, ਤੁਸੀਂ ਜੋ ਨਹੀਂ ਸੁਣਾਈ ਦੇਗਾ ਫਿਰ ਦੱਸਣਾ। ਹਾਂਜੀ ਸੁਣਦੇ ਹਾਂਜੀ ਹਾਂਜੀ ਕੀ ਬੋਲਣੀ ਹਾਲੇਲੂਇਆ 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 ਧੰਨਵਾਦ ਧੰਨਵਾਦ ਹਾਲੇਲੂਇਆ। ਰੁਕ ਜਾਓ, ਅਜੇ ਨਹੀਂ। ਤੁਸੀਂ ਇਹ ਦੱਸੋ ਕਿੰਨੇ ਦਿਨ ਤੋਂ ਤੁਹਾਨੂੰ ਸੁਣਾਈ ਨਹੀਂ ਸੀ ਦੇ ਰਿਹਾ? ਹਫ਼ਤੇ ਦੋ ਹੀ, ਥੋੜਾ ਵੋਲਿਊਮ ਬਣਾ ਦਿਓ। ਹਫ਼ਤੇ ਦੋ ਹੀ ਹੋ ਚੁੱਕੇ ਸੀ। ਗਿਟਾਰ 2 ਮਿੰਟ ਲੌਕ ਕਰਦੇ ਪੁੱਤ। ਕੀ ਕਹਿ ਰਹੇ? ਸਿਸਟਰ ਕਹਿ ਰਹੀ ਆ ਕਿ 2 ਹਫ਼ਤਿਆਂ ਤੋਂ ਮੈਨੂੰ ਇੱਕ ਕੰਨ ਤੋਂ ਪੂਰੀ ਤਰ੍ਹਾਂ ਕਲੀਅਰ ਸੁਣਾਈ ਨਹੀਂ ਸੀ ਦੇ ਰਿਹਾ। ਹੁਣ ਜਦੋਂ ਮਾਸ ਪ੍ਰੇਅਰ ਖੁਦਾ ਦੇ ਦਾਸ ਨੇ ਕੀਤੀ, ਕੀ ਬੋਲਿਆ ਸੀ ਕਿ ਅੱਜ ਨੱਕ ਕੰਨ ਗਲੇ ਖੁੱਲਣ ਵਾਸਤੇ ਕੀ ਆ? ਕਿੰਨੇ ਲੋਕਾਂ ਨੇ ਫੇਥ ਕੀਤਾ? ਜਿਹੜਾ ਵਿਸ਼ਵਾਸ ਕਰਦਾ ਉਹੀ ਗਵਾਹੀ ਲਿਆਉਂਦਾ। ਜਿਹੜਾ ਕਹਿੰਦਾ ਹਾਂ ਦੇਨੇ ਆ ਵੇਖ ਲੈਣੇ ਚੰਦ ਹੋਈ ਜਾਵੇ, ਸਮਝ ਲਓ ਦਾ ਕਦੀ ਵੀ ਗਿਆ ਕਿਉਂਕਿ ਉਹਦੀ ਨੇਚਾ ਕੀ ਆ? ਧੋਤੀ ਆ। ਬਾਈਬਲ 'ਚ ਜਿੰਨਿਆਂ ਨੂੰ ਪ੍ਰਭੂ ਨੇ ਚੰਗਾ ਕੀਤਾ, ਇੱਕ ਹੀ ਗੱਲ ਬੋਲੀ, ਤੇਰੇ ਵਿਸ਼ਵਾਸ ਨੇ ਤੈਨੂੰ। ਕਿੰਨੇ ਲੋਕ ਤਾਲੀਆਂ ਮਾਰਨੀਆਂ ਚਾਹੁੰਦੇ? 2 ਹਫ਼ਤਿਆਂ ਤੋਂ ਤੁਸੀਂ ਕੋਈ ਟ੍ਰੀਟਮੈਂਟ ਕੀਤਾ, ਮੈਡੀਸਨ ਖਾਧੀ, ਕੁਝ ਖਾਧਾ? ਬਸ ਉਹ ਤੇ ਪਰਮੇਸ਼ਰ ਤੇ ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਕੀਤਾ, ਫੇਥ ਕੀਤਾ ਕਿ ਮੈਂ ਚਰਚ ਜਾਵਾਂਗੀ ਤਾਂ ਖੁਦਾ ਮੈਨੂੰ ਚੰਗਾ ਕਰੇਗਾ। ਸਭ ਤੋਂ ਪਹਿਲਾਂ ਤੁਸੀਂ ਜਦੋਂ ਪ੍ਰੇਅਰ ਵਿੱਚ ਖੜੇ, ਤੁਸੀਂ ਆਪਣੇ ਕੰਨ ਵਾਲੀ ਜਗ੍ਹਾ ਤੇ ਕੀ ਕੀਤਾ? ਤੁਸੀਂ ਜਦੋਂ ਫਾਇਰ ਪ੍ਰੇਅਰ ਕੀਤੀ, ਤੁਸੀਂ ਕੰਨ ਵਾਲੀ ਜਗ੍ਹਾ ਤੇ ਹੱਥ ਰੱਖਿਆ, ਤੁਹਾਨੂੰ ਕੀ ਮਹਿਸੂਸ ਹੋਇਆ? ਜਦੋਂ ਤੁਸੀਂ ਪ੍ਰੇਅਰ ਕਰ ਰਹੇ, ਤੁਹਾਨੂੰ ਤੁਹਾਡੀ ਬਾਡੀ ਨੂੰ ਕੀ ਕੀ ਮਹਿਸੂਸ ਹੋਇਆ? ਇਦਾਂ ਲੱਗਾ ਜਿੱਦਾਂ ਕਿਸੇ ਨੇ ਛੂਹਿਆ ਮੈਨੂੰ, ਜਿੱਦਾਂ ਮੈਨੂੰ ਕਿਸੇ ਨੇ ਛੂਹਿਆ। ਕਿੰਨੇ ਲੋਕ ਸੁਣਦੇ ਆ? ਇਹ ਭੈਣ ਕਹਿ ਰਹੀ ਹੈ ਕਿ ਜਦੋਂ ਮੈਂ ਆਪਣੇ ਕੰਨ ਵਾਲੀ ਜਗ੍ਹਾ ਤੇ ਹੱਥ ਰੱਖਿਆ, ਕਿਉਂਕਿ ਪ੍ਰਭੂ ਦੇ ਦਾਸ ਬੋਲ ਰਹੇ ਸੀ ਕਿ ਜਿੱਥੇ ਜਿੱਥੇ ਤੁਹਾਡੀ ਬਿਮਾਰੀ ਆ ਆਪਣਾ ਹੱਥ ਰੱਖੋ, ਪ੍ਰਭੂ ਤੁਹਾਨੂੰ ਚੰਗਾ ਕਰਨ ਵਾਸਤੇ ਕੀ ਆ। ਇਹ ਭੈਣ ਕਹਿ ਰਹੀ ਆ ਜਦੋਂ ਮੈਂ ਕੰਨ ਤੇ ਹੱਥ ਰੱਖਿਆ, ਮੈਨੂੰ ਏਦਾਂ ਲੱਗਾ ਮੈਨੂੰ ਕਿਸੇ ਨੇ ਟੱਚ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਚੈੱਕ ਕਰਕੇ ਵੇਖਿਆ ਔਰ 2 ਹਫ਼ਤੇ ਤੋਂ ਕੰਨ ਦੀ ਪ੍ਰੋਬਲਮ ਸੀ, ਹੁਣ ਬਿਲਕੁਲ ਠੀਕ ਹੋ ਚੁੱਕੇ ਯਿਸੂ ਦੇ ਨਾਮ ਦੇ ਵਿੱਚ। ਇੱਕ ਵਾਰ ਮਿਊਜ਼ਿਕ ਦੇਵਾਂਗੇ। ਤਾਰੀਫ ਕਰੋ, ਤਾਰੀਫ ਕਰੋ, ਤਾਰੀਫ ਕਰੋ, ਤਾਰੀਫ ਕਰੋ। ਹਾਲੇਲੂਇਆ। ਆਮੀਨ, ਆਮੀਨ, ਆਮੀਨ। ਥੈਂਕ ਯੂ ਜੀਸਸ। ਬੋਲੋ ਸਭ ਜ਼ੋਰ ਦੇ ਨਾਲ, ਕਿਉਂਕਿ ਲੰਗੜੇ ਚੱਲਦੇ ਆ, ਗੁੰਗੇ ਬੋਲਦੇ ਆ, ਬਹਿਰੇ ਸੁਣਦੇ ਆ, ਹੀਲਿੰਗ ਫੇਰ ਦੇਖਾਂਗੇ। ਹਾਂ ਠੀਕ ਹੈ ਸਿਸਟਰ ਜਾ ਸਕਦੀ। ਹਾਂ ਨੈਕਸਟ ਆਪਣੇ ਹੱਥਾਂ ਨੂੰ ਹਿਲਾਉਂਦੇ ਆਪਣੀ ਜਗ੍ਹਾ ਤੇ ਆ ਕਰੋ। ਹਾਂਜੀ ਹਾਂਜੀ
ਸਿਸਟਰ ਦੱਸ ਰਹੇ ਨੇ ਕਿ ਸਵੇਰ ਦਾ ਇਹਨਾਂ ਦੀ ਬੈਕ ਪੇਨ ਬਹੁਤ ਜ਼ਿਆਦਾ ਹੋ ਰਹੀ ਸੀ, Yes, yes. ਘਬਰਾਹਟ ਹੀ ਬਹੁਤ ਜ਼ਿਆਦਾ ਹੋ ਰਹੀ ਸੀ। ਔਰ ਜਦੋਂ ਫਾਇਰ ਪ੍ਰੇਅਰ ਦੇ ਵਿੱਚ ਆਏ ਮਾਂ ਬਿਲਕੁਲ ਫ੍ਰੀ ਹੋ ਚੁੱਕੇ ਨੇ, ਦੱਸ ਰਹੇ ਨੇ ਕਿ ਬਿਲਕੁਲ ਫ੍ਰੀ ਹੋ ਚੁੱਕੇ ਨੇ ਔਰ ਤੁਹਾਨੂੰ ਚੈੱਕ ਕਰਕੇ ਆਮੀਨ ਆਮੀਨ ਆਮੀਨ। ਤੁਸੀਂ ਉਹ ਜਗ੍ਹਾ ਤੇ ਚੱਲ ਜਾਓ ਜਿਸ ਜਗ੍ਹਾ ਤੇ ਪੱਖਾ ਸਿਸਟਰ ਦੀ, ਕਿਉਂਕਿ ਦੋਨੋਂ ਸਾਈਡਾਂ ਤੇ ਟੌਪ ਆ, ਉਹ ਇੱਕਦਮ ਵਿਸਲ ਮਾਰਦੇ, ਬਸ ਇੱਥੇ ਖੜੇ ਰਹੋ। ਓਕੇ ਓਕੇ। ਹੁਣ ਤੁਹਾਨੂੰ ਚੈੱਕ ਕਰਕੇ ਦਿਖਾ ਸਕਦੇ ਕਿੰਨੇ ਲੋਕਾਂ ਨੇ ਸੁਣਿਆ ਇਹ ਸਿਸਟਰ ਦੀ ਬੈਕ ਪੇਨ ਸੀ, ਘਬਰਾਹਟ ਸੀ, ਔਰ ਜਦ ਫਾਇਰ ਪ੍ਰੇਅਰ ਹੋ ਰਹੀ ਸੀ ਉਸ ਤੋਂ ਬਾਅਦ ਅਸੀਂ ਚੈੱਕ ਕਰਕੇ ਦੇਖਦੇ, ਤੁਸੀਂ ਹੁਣ ਚੈੱਕ ਕਰਾ ਕੇ ਦਿਖਾਓ ਆਪਣੇ ਲੱਕ ਦੀ ਦਰਦ, ਜੋ ਵੀ ਪ੍ਰੋਬਲਮ ਚੈੱਕ ਕਰੋ, ਲੱਕ ਚੈੱਕ ਕਰੋ। ਯੈਸ ਯੈਸ। ਆਮੀਨ ਆਮੀਨ। ਹੁਣ ਬਿਲਕੁਲ ਓਕੇ ਹੋ ਚੁੱਕਾ, ਕੋਈ ਦਰਦ ਹੈ ਨਹੀਂ, ਬਿਲਕੁਲ ਫ੍ਰੀ, ਕੋਈ ਘਬਰਾਹਟ। ਤਾਰੀਫ ਕਰ ਦਿਓ ਇੱਕ ਵਾਰ ਤੋਂ ਫੇਰ ਜ਼ੋਰ ਦੇ ਨਾਲ। ਕਿਦੋਂ ਤੋਂ ਸਵੇਰ ਤੋਂ ਹੋ ਰਿਹਾ ਸੀ ਤੁਹਾਨੂੰ? ਨਹੀਂ ਫਰਕ ਪਿਆ। ਤੁਸੀਂ ਲਿਮਕਾ ਪੀ ਕੇ ਆਏ ਪਰ ਕੋਈ ਫਰਕ ਨਹੀਂ, ਘਬਰਾਹਟ ਵੀ ਹੁੰਦੀ ਸੀ, ਹੁਣ ਇਸ ਟਾਈਮ ਕਿਦਾਂ ਵਾ? ਹੁਣ ਠੀਕ ਹੈ। ਵਧੀਆ ਲੱਗ ਰਿਹਾ ਨਾ? ਤਾਰੀਫ ਕਰੋ ਜ਼ੋਰ ਦੇ ਨਾਲ। ਕਿੰਨੇ ਲੋਕਾਂ ਨੂੰ ਮੈਂ ਦੱਸ ਦਿਆਂ ਕਿ ਸੀਰੀਅਸ ਹੋ ਗਏ ਤੇ ਵੱਡੀ ਗਵਾਹੀ ਦੇ ਨਾਲ ਵਾਪਸ ਕੀਆ। ਜੇ ਕਹੋਗੇ ਕਿ ਭਾਟੀਏ ਘਰ ਬੈਠੇ ਆ ਪਾਸਟਰ ਘਰ 'ਚ, ਫਿਰ ਨਹੀਂ। ਜਿਹੜਾ ਬੰਦਾ ਛੋਟੀ ਜੀ ਮਿਨਿਸਟਰੀ ਨੂੰ ਵੱਡਾ ਕਰਕੇ ਕਰੇਗਾ ਨਾ, ਤੇ ਲੱਖਾਂ ਦੀ ਭੀੜ 'ਚ ਲੋਕ ਚੰਗੇ ਹੋਣ ਦੀ ਗਿਣਤੀ ਅਣਗਿਣਤ ਹੋਏਗੀ। ਜਿਹੜੇ ਲੋਕ ਸੁਣਦੇ ਆ, ਮੈਂ ਕਿਹਾ ਅਣਗਿਣਤ ਹੋਏਗੀ। ਜਦੋਂ ਤੁਹਾਨੂੰ ਛੋਟੇ ਪਲਾਨ ਤੋਂ ਵੱਡੇ ਪਲੈਨਿੰਗ ਦੀ ਫੇਰ ਪ੍ਰਭੂ ਦਿੰਦਾ, ਪਹਿਲਾਂ ਪ੍ਰਭੂ ਥੋੜਾ ਜਿਹਾ ਕਰਦਾ ਫਿਰ ਵੱਡਾ ਕਰਦਾ। ਆਮੀਨ। ਠੀਕ ਹੈ ਸਿਸਟਰ, ਜਾ ਸਕਦੇ। ਹਾਂ ਨੈਕਸਟ। ਵੈਰੀ ਨਾਈਸ। ਥੋੜੀ ਸਾਈਡ ਆਪਣੇ ਚ ਮੈਕ ਹਾਲੇਲੂਇਆ। ਪ੍ਰੋਫਿਟ ਜੀ ਸਿਸਟਰ ਦੱਸ ਰਹੇ ਨੇ ਕਿ ਇਹਨਾਂ ਦਾ ਜਿਹੜਾ ਛੋਟਾ ਬੇਬੀ ਹੈ ਉਹਨੂੰ ਪ੍ਰੋਬਲਮ ਸੀ, ਅੱਖਾਂ ਨਹੀਂ ਸੀ ਖੋਲ ਪਾਉਂਦਾ, ਬਿਲਕੁਲ ਅੱਖਾਂ ਜੁੜ ਜਾਂਦੀਆਂ ਸੀ, ਖੋਲਦੀਆਂ ਨਹੀਂ ਸੀ। ਔਰ ਇਥੋਂ ਅਨੈਂਟਿੰਗ ਆਇਲ ਖੜਿਆ, ਲਗਾਉਂਦੇ ਰਹੇ ਲਗਾਤਾਰ। ਔਰ ਦੱਸ ਰਹੇ ਨੇ ਕਿ ਜਦੋਂ ਫਾਇਰ ਪ੍ਰੇਅਰ ਹੋ ਰਹੀ ਸੀ ਉਦੋਂ ਬਿਲਕੁਲ ਬੱਚਾ ਫ੍ਰੀ ਹੋ ਗਿਆ। ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇਖ ਰਿਹਾ ਹੈ, ਕੈਮਰਾਮੈਨ ਝੂਮ ਕਰਕੇ ਦਿਖਾ ਸਕਦੇ। ਹਾਲੇਲੂਇਆ। ਕਿੰਨੇ ਲੋਕ ਸੁਣਦੇ ਆ? ਕਿੰਨੀ ਦੇਰ ਤੋਂ ਸਿਸਟਰ ਦੀ ਪ੍ਰੋਬਲਮ ਚੱਲ ਰਹੀ? ਮੈਕ ਤੇ ਕਰ ਬੁਲਾਓ ਇਹਨਾਂ ਨੂੰ, ਮੈਕ ਤੇ ਬੁਲਾਓ, ਮੈਕ ਤੇ। ਸੁਣ ਰਹੀ ਬਈ? ਇੱਧਰ ਸੁਣਾਓ। ਆਪਣੇ ਚਰਚ ਵਿੱਚ ਚਮਤਕਾਰ ਹੁੰਦੇ ਕਿ ਨਹੀਂ? ਹਾਲੇਲੂਇਆ। ਆਪਣੇ ਚਰਚ 'ਚ ਹੁੰਦੇ ਕਿ ਨਹੀਂ? ਆਪਣਾ ਚਰਚ ਹੈ ਨਾ, ਇਹ ਬਹੁਤ ਜ਼ਿਆਦਾ ਚਮਤਕਾਰ ਦੇ ਚਮਤਕਾਰ ਥੋੜੇ ਆਪ ਘਟਾਏ ਆ। ਤਾੜਨਾ ਜਿਆਦੀ ਬਾਈਬਲ ਦੀ ਦੇਈਦੀ ਆ, ਚਮਤਕਾਰ ਉਹਨੇ ਕਰਨੇ ਕੀ ਆ, ਉਹਦਾ ਸੁਭਾਅ ਆ। ਸੁਣੋ ਇੱਕ ਛੋਟੇ ਬੇਬੀ ਦੀ ਗਵਾਹੀ ਸੁਣ ਜਾ ਰਹੇ। ਵੇਖੋ ਪ੍ਰਭੂ ਨੇ ਇਸ ਬੱਚੇ ਦੀ ਲਾਈਫ ਵਿੱਚ ਕਿੱਦਾਂ ਕੰਮ ਕੀਤਾ, ਸਭ ਸੁਣਾਗੇ ਸਿਸਟਰ ਦੇ ਪਾਸੋਂ। ਆਪਣਾ ਨਾਮ, ਆਪਣਾ ਐਡਰੈਸ, ਕਿਸ ਜਗ੍ਹਾ ਤੋਂ ਆਏ ਤੁਸੀਂ? ਮਜੀਠੇ ਤੋਂ ਆਏ ਆ। ਤੁਸੀਂ ਮਜੀਠੇ ਤੋਂ ਆਏ? ਬਲਜੀਤ ਮੇਰਾ ਨਾਮ। ਬੱਚਾ ਪੜ ਲਓ ਨਾ। ਹਾਂਜੀ ਹਾਂਜੀ। ਇਹਨਾਂ ਨਾਮ ਫਤਿਹ ਹੈ, ਬੇਟੇ ਮੇਰੇ ਦਾ ਨਾਮ ਫਤਿਹ ਹੈ। ਤੁਹਾਡੇ ਬੇਟੇ ਦਾ ਨਾਮ ਬਲਜੀਤ? ਉਹ ਬੱਚਾ ਉੱਤੇ ਰੱਖਣਾ ਕੋਈ ਗੱਲ ਨਹੀਂ, ਬੋਲਦੇ ਫਰੈਂਡੇ। ਫਤਿਹ ਬੇਟੇ ਦਾ ਨਾਮ। ਫਤਿਹ ਤੁਹਾਡੇ ਬੇਟੇ ਦਾ ਨਾਮ? ਹਾਂਜੀ। ਬੱਚੇ ਨੂੰ ਪ੍ਰੋਬਲਮ ਕੀ ਸੀ ਦੱਸੋ ਜਰਾ। ਇਹਨਾਂ ਦੀਆਂ ਅੱਖਾਂ ਹਫਤਾ ਹੋ ਗਿਆ ਸੀ, ਅੱਖਾਂ ਖਰਾਬ ਸੀ ਤੇ ਮੈਂ ਕੰਮ ਤੇ ਜਾਂਦੀ, ਮੇਰਾ ਟਾਈਮ ਨਹੀਂ ਲੱਗਦਾ, ਮੈਂ ਫਿਰ ਇਹ ਛੱਡ ਗਈ। ਤੁਸੀਂ ਕੰਮ ਤੇ ਜਾਂਦੇ, ਬੱਚੇ ਨੂੰ ਡਾਕਟਰ ਦੇ ਕੋਲ ਨਹੀਂ ਖੜਿਆ? ਨਹੀਂ ਖੜਿਆ। ਮੈਂ ਮੁੰਗਰਾ ਟੂਬ ਲਿਆਤੀ ਤੇ ਉਹ ਕਿਸੇ ਵੇਲੇ ਪਾਲੀ, ਕਿਸੇ ਵੇਲੇ ਨਹੀਂ ਪਾਈ। ਫਿਰ ਅੱਛਾ। ਮੈਂ ਜਿਹੜਾ ਪੇਥੋਂ ਤੇਲ ਬਣਾ ਕੇ ਖੜਿਆ ਥੋੜ੍ਹਾ ਉਹ ਹੋਰ ਘਰ ਲਾਉਂਦੀ ਰਹੀ ਮੈਂ। ਥੋੜਾ ਮੂੰਹ ਤੇ ਲਾ ਕੇ ਮੈਕ ਕਰੋ, ਥੋੜੀ ਮੈਨੂੰ ਆਵਾਜ਼, ਥੋੜੀ ਵੋਲਿਊਮ बढ़ा ਦੇ ਯਾਰ, ਥੋੜਾ ਵੋਲਿਊਮ बढ़ा ਦੇ। ਤੇਲ ਜਿਹੜਾ ਮੈਂ ਲਗਾਤਾਰ ਲਗਾਉਂਦੀ ਰਹੀ ਉਹਦੇ ਨਾਲ ਅੱਜ ਬਿਲਕੁਲ ਠੀਕ ਹੋ ਗਿਆ। ਸੁੱਤਾ ਵੀ ਹੈ ਤੇ ਅੱਖਾਂ ਜੁੜੀਆਂ ਨਹੀਂ ਆ। ਅੱਛਾ, ਪਹਿਲਾਂ ਜੁੜ ਜਾਂਦੀਆਂ ਸੀ ਅੱਖਾਂ? ਜੁੜ ਜਾਂਦੀਆਂ ਸੀ ਤੇ ਪਲਕਾਂ ਜਿਹੜੀਆਂ ਖੁੱਲਦੀਆਂ ਨਹੀਂ। ਖੁੱਲਦੀਆਂ ਨਹੀਂ। ਹੁਣ ਜਦੋਂ ਤੁਸੀਂ ਚਰਚ ਵਿੱਚ ਆਏ, ਜਦੋਂ ਫਾਇਰ ਪ੍ਰੇਅਰ ਕੀਤੀ ਪ੍ਰਭੂ ਦੇ ਦਾਸਾਂ ਨੇ, ਹੁਣ ਤੁਸੀਂ ਚੈੱਕ ਕਰਕੇ ਵੇਖਿਆ ਬੱਚੇ ਦੀਆਂ ਅੱਖਾਂ ਬਿਲਕੁਲ ਓਕੇ ਹੋ ਚੁੱਕੀਆਂ। ਹਾਂਜੀ, ਬਿਲਕੁਲ। ਅਨੈਂਟਿੰਗ ਆਇਲ ਲਗਾਉਂਦੇ ਰਹੇ। ਅੱਜ ਦੀ ਜਿਹੜੀ ਮਾਸ ਪ੍ਰੇਅਰ ਕੀਤੀ, ਫਾਇਰ ਪ੍ਰੇਅਰ, ਉਹਦੇ ਵਿੱਚ ਬੱਚਾ ਬਿਲਕੁਲ ਫ੍ਰੀ ਹੋ ਚੁੱਕਾ। ਕਿੰਨੇ ਲੋਕਾਂ ਨੇ ਸੁਣਿਆ? ਸਭ ਤਾਰੀਫ ਕਰੋ ਜ਼ੋਰ ਦੇ ਨਾਲ, ਜ਼ੋਰ ਦੇ ਨਾਲ। ਚੈੱਕ ਕਰੋ, ਚੁੱਪ ਕਰਕੇ, ਚੁੱਪ ਕਰਕੇ, ਚੁੱਪ ਕਰਕੇ, ਚੁੱਪ ਕਰਕੇ। ਬੱਚੇ ਨੂੰ ਫੜਾ ਲਓ। ਬੱਚਾ ਤੁਸੀਂ ਆਪ ਫੜੋ, ਬੱਚਾ ਤੁਸੀਂ ਫੜੋ। ਬਿਲਕੁਲ ਚੁੱਪ ਕਰੋ, ਅੱਖਾਂ ਚੁੱਪ ਕਰੋ। ਆਮੀਨ। ਅੱਖਾਂ ਚੁੱਪ ਕਰੋ, ਅੱਖਾਂ ਬਿਲਕੁਲ ਜ਼ੂਮ ਕਰੋ। ਇੱਕ ਮਿੰਟ ਰੁਕੋ। ओके ठीक है, जा सकते। हाँ नेक्स्ट ऐसा ओके जल्दी करो, जल्दी। यस। ਹਾਲੇਲੂਇਆ। ਪ੍ਰੋਫਿਟ ਜੀ ਸਿਸਟਰ ਦੱਸ ਰਹੇ ਨੇ ਕਿ ਇਹਨਾਂ ਨੇ ਆਪਣੀ ਅੱਖਾਂ ਦੀ ਸਰਜਰੀ ਕਰਵਾਉਣੀ ਸੀ ਔਰ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਸੀ, ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਸੀ ਸਹੀ ਤਰ੍ਹਾਂ। ਔਰ ਦੱਸ ਰਹੇ ਨੇ ਕਿ ਜਦੋਂ ਕਰਵਾਉਣੀ ਸੀ ਰੁਕਾਵਟਾਂ ਆ ਜਾਂਦੀਆਂ ਸੀ ਬਹੁਤ ਜ਼ਿਆਦੀਆਂ।
ਆ ਜਾਓ ਓਕੇ 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 ਹਾਂ ਹਾਂ ਬਹੁਤ ਜ਼ਿਆਦੀਆਂ ਰੁਕਾਵਟਾਂ ਆ ਜਾਂਦੀਆਂ ਸੀ ਔਰ ਜਿਸ ਦਿਨ ਗਏ ਪ੍ਰਭੂ ਦੇ ਦਾਸਾਂ ਦੇ ਕੋਲੋਂ ਪ੍ਰਾਰਥਨਾ ਕਰਵਾ ਕੇ ਗਏ ਔਰ ਸਰਜਰੀ ਬਹੁਤ ਹੀ ਅੱਛੀ ਹੋਈ ਔਰ ਦੱਸ ਰਹੇ ਨੇ ਕਿ ਇਹਨਾਂ ਨੂੰ ਫਾਇਰ ਪ੍ਰੇਅਰ ਦੇ ਵਿੱਚ ਪਰਮੇਸ਼ਰ ਨੇ ਛੂ ਕੇ ਕਾਮਿਲ ਸ਼ਿਫਾ ਦਿੱਤੀ ਉਹਨਾਂ ਅੱਛੀ ਤਰ੍ਹਾਂ ਦੇਖ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਪਹਿਲੇ ਕੀ ਪ੍ਰੋਬਲਮ ਅੱਖਾਂ ਵਿੱਚ ਕੀ ਇਹਨਾਂ ਨੂੰ ਪ੍ਰੋਬਲਮ ਨਜ਼ਰ ਨਹੀਂ ਆਉਂਦਾ ਸੀ ਸਹੀ ਤਰ੍ਹਾਂ ਨਜ਼ਰ ਨਹੀਂ ਸੀ ਆਪਰੇਟ ਕਰਾਉਣ ਤੋਂ ਬਾਅਦ ਵੀ ਨਜ਼ਰ ਨਹੀਂ ਸੀ ਆਉਂਦਾ ਮਤਲਬ ਪ੍ਰੋਬਲਮ ਹੁੰਦੀ ਸੀ ਥੋੜੀ ਹਾਂ ਹੁਣ ਕਿਵੇਂ ਲੱਗ ਰਿਹਾ ਬੀਬੀ ਨੂੰ ਹੁਣ ਬੀਬੀ ਠੀਕ ਲੱਗ ਰਿਹਾ ਹਾਲੇਲੂਇਆ ਹੁਣ ਕਿਵੇਂ ਲੱਗ ਰਿਹਾ ਤੁਹਾਨੂੰ ਹਾਲੇਲੂਇਆ ਹੁਣ ਠੀਕ ਲੱਗ ਰਿਹਾ ਵਧੀਆ ਲੱਗ ਰਿਹਾ ਹਾਂਜੀ ਜਦੋਂ ਪ੍ਰੇਅਰ ਹੋ ਰਹੀ ਹੁੰਦੀ ਕੋਈ ਗੱਲ ਨਹੀਂ ਠੀਕ ਠਾਕ ਬਹੁਤ ਵਧੀਆ ਕੋਈ ਨਹੀਂ ਬਿਮਾਰੀ ਕੋਈ ਨਹੀਂ ਹੈਗੀ ਠੀਕ ਠਾਕ ਬਹੁਤ ਤਾਰੀਫ ਕਰੋ ਜ਼ੋਰ ਦੇ ਨਾਲ ਠੀਕ ਹੈ ਇੱਕ ਸੈਕਿੰਡ ਰੁਕ ਜਾਓ ਉਧਰ ਕਰ ਲਓ ਇਹ ਪੀਜੀ ਇਹਨਾਂ ਦੇ ਨਾਲ ਆਏ ਨੇ ਹਾਂ ਠੀਕ ਹੈ ਮੈਂ ਕਾਲਾ ਮੋਤੀਆ ਸੀ ਦੱਸ ਰਹੇ ਕਿ ਕਾਲਾ ਮੋਤੀਆ ਦੀ ਪ੍ਰੋਬਲਮ ਸੀ ਇਹਨਾਂ ਨੂੰ ਹਾਂਜੀ ਵਾਈਟ ਮੋਤੀਆ ਦੀ ਪ੍ਰੋਬਲਮ ਸੀ ਔਰ ਹੁਣ ਬਿਲਕੁਲ ਫ੍ਰੀ ਹੋ ਚੁੱਕੇ ਨੇ ਓਕੇ ਇਹਨਾਂ ਨੂੰ ਵਾਈਟ ਮੋਤੀਆਂ ਹੀ ਤੇ ਮੈਂ ਇੱਕ ਸਿਸਟਰ ਮੂੰਹ ਤੇ ਲਾ ਕੇ ਰੱਖਣਾ ਤੁਹਾਡੀ ਪੂਰੀ ਕੈਮਰਾ ਵਾਚ ਕੈਚ ਕਰੇ ਮਤਲਬ ਨਾ ਕਾਫੀ ਦਿਖਣਾ ਬੰਦ ਹੋ ਗਿਆ ਸੀ ਤੇ ਜਦੋਂ ਆਪਰੇਸ਼ਨ ਕਰਵਾਉਣ ਜਾਣਾ ਕਦੀ ਕੋਈ ਪਰੇਸ਼ਾਨੀ ਕਦੀ ਕੋਈ ਇਹਦੇ ਬ੍ਰਦਰ ਦੀ ਵੀ ਇੱਕ ਦਿਨ ਪਹਿਲੇ ਡੈਥ ਹੋ ਗਈ ਜਦੋਂ ਆਪਰੇਸ਼ਨ ਕਰਵਾਉਣਾ ਸੀ ਫਿਰ ਮੰਮੀ ਨੇ ਪ੍ਰਾਰਥਨਾ ਚਰਚ ਆਉਂਦੇ ਰਹੇ ਕਰਵਾਉਂਦੇ ਰਹੇ ਤੇ ਹੁਣ ਆਪਰੇਸ਼ਨ ਬਿਲਕੁਲ ਠੀਕ ਠਾਕ ਹੋ ਗਿਆ ਵਾ ਇੱਕ ਪਰਮੇਸ਼ਰ ਦੀ ਕਿਰਪਾ ਹੈ ਹੁਣ ਬਿਲਕੁਲ ਠੀਕ ਹੈ ਗਿਆ ਮੇਰੀ ਇੱਕ ਗਵਾਹੀ ਆ ਮੈਂ ਨਾ ਕੱਲ ਸਵੇਰੇ 5 ਵਜੇ 5:30 ਵਜੇ ਉੱਠੀ ਤੇ ਮੇਰੀ ਲੱਤਾਂ ਕੰਬਦੀਆਂ ਹੈ ਬਿਲਕੁਲ ਬੜੀ ਜ਼ਿਆਦਾ ਤੇ ਮਤਲਬ ਮੈਨੂੰ ਬੜੀ ਜ਼ਿਆਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਬਰਾਹਟ ਹੁੰਦੀ ਰਹੀ ਸ਼ਾਮੀ ਮੈਂ 9:30 ਵਜੇ ਮੈਂ ਵੱਡੇ ਸੰਤਾਂ ਕੋਲ ਪ੍ਰਾਰਥਨਾ ਕਰਵਾਈ ਤੇ ਮੇਰੀ ਮਨ ਦੀ ਘਬਰਾਹਟ ਜੋ ਮੇਰੇ ਸਾਰੇ ਸਰੀਰ 'ਚ ਕੁਛ ਨਾ ਹਲਚਲ ਜੀ ਹੁੰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਬਾਅਦ ਵਿੱਚ ਸ਼ਾਮੀ ਜੋ ਮੈਂ ਵੱਡੇ ਸੰਤਾਂ ਕੋਲ ਪ੍ਰਾਰਥਨਾ ਕਰਵਾਈ ਉਹਨਾਂ ਪ੍ਰਾਰਥਨਾ ਕੀਤੀ ਇੱਕ ਕਹਾਣੀ ਦੱਸੀ ਮੈਨੂੰ ਉਸ ਤੋਂ ਬਾਅਦ ਮੈਂ ਬਿਲਕੁਲ ਠੀਕ ਆ ਹੁਣ ਮੈਨੂੰ ਕੋਈ ਘਬਰਾਹਟ ਨਹੀਂ ਹੈਗੀ ਇਹ ਮੇਰੇ ਜੀਵਨ ਦੀ ਗੱਲ ਹੈ ਅਪੋਸਟਲ ਜੀ ਛੋਟੀ ਬੱਚੀ ਦੱਸ ਰਹੀ ਹੈ ਕਿ ਇਹਨੂੰ 2-3 ਮਹੀਨੇ ਤੋਂ ਪ੍ਰੋਬਲਮ ਸੀ ਬੇਟਾ ਹੱਥ ਦਿਖਾਣਾ 2-3 ਮਹੀਨੇ ਤੋਂ ਪ੍ਰੋਬਲਮ ਸੀ ਹੱਥ ਦੇ ਉੱਪਰ ਮਤਲਬ ਰਮਾਨ ਨਹੀਂ ਆਉਂਦਾ ਸੀ ਬਾਰ-ਬਾਰ ਪ੍ਰੋਬਲਮ ਹੋ ਜਾਂਦੀ ਸੀ ਕਾਫੀ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਔਰ ਇਸ ਜਗ੍ਹਾ ਤੋਂ ਬਲੀਡਿੰਗ ਵੀ ਹੁੰਦੀ ਸੀ ਔਰ ਦੱਸ ਰਹੀ ਹੈ ਕਿ ਜਿਸ ਤਰ੍ਹਾਂ ਅਨੋਇੰਟਿੰਗ ਆਇਲ ਲਗਾਉਂਦੇ ਰਹੇ ਰਿਸੀਵ ਕਰਦੇ ਰਹੇ ਔਰ ਅੱਜ ਬਿਲਕੁਲ ਫ੍ਰੀ ਹੋ ਚੁੱਕੀ ਹੈ ਕੋਈ ਪ੍ਰੋਬਲਮ ਨਹੀਂ ਤੁਸੀਂ ਖੁਦ ਦੇਖ ਸਕਦੇ ਹੋ ਹਾਲੇਲੂਇਆ ਆਵਾਜ਼ ਵੀ ਆ ਰਹੀ ਸੀ ਕਿ ਜਿਨ੍ਹਾਂ ਦੇ ਹੱਥਾਂ ਤੇ ਪੈਰਾਂ ਦੇ ਪ੍ਰੋਬਲਮ ਠੀਕ ਹੋ ਰਹੀ ਹੈ ਹਾਂਜੀ ਠੀਕ ਆ ਬੱਚੀ ਬਿਲਕੁਲ ਫ੍ਰੀ ਹੋ ਚੁੱਕੀ ਹੈ ਕਿੰਨੀ ਦੇਰ ਤੋਂ ਪ੍ਰੋਬਲਮ ਸੀ 5-4 ਮਹੀਨਿਆਂ ਤੋਂ ਦਾਦੀ ਇਹਦੀ ਦੱਸ ਰਹੇ ਨੇ 5-4 ਮਹੀਨੇ ਤੋਂ ਹਾਂਜੀ ਕੀ ਹੁੰਦਾ ਜੀ ਜ਼ਖਮ ਫਿਰ ਦੁਬਾਰਾ ਹੋ ਜਾਂਦਾ ਸੀ ਜ਼ਖਮ ਕਾਫੀ ਵੱਡਾ ਹੋਈ ਜਾਂਦਾ ਸੀ ਕੋਈ ਫਰਕ ਨਹੀਂ ਸੀ ਪੈ ਰਿਹਾ ਮੈਡੀਸਨ ਲੈਣ ਦੇ ਬਾਵਜੂਦ ਵੀ ਕੋਈ ਫਰਕ ਨਹੀਂ ਪੈ ਰਿਹਾ ਸੀ ਇਹਨਾਂ ਨੂੰ ਹਾਂ ਹਾਂ ਔਰ ਬੇਟੀ ਦੱਸਦੀ ਹੈ ਕਿ ਜਿੱਦਾਂ ਦੀ ਚਰਚ ਆਣਾ ਸਟਾਰਟ ਕੀਤਾ ਹੈ ਪ੍ਰਾਰਥਨਾ ਕਰਦੀ ਹੈ ਸਵੇਰ ਕਰਦੀ ਹੈ ਰਾਤ ਨੂੰ ਕਰਦੀ ਹੈ ਔਰ ਫਰਕ ਪੈ ਰਿਹਾ ਹੈ ਔਰ ਕਾਫੀ ਹੱਦ ਤੱਕ ਠੀਕ ਹੋ ਚੁੱਕੀ ਹੈ ਅੱਜ ਬਿਲਕੁਲ ਓਕੇ ਹੋ ਚੁੱਕੀ ਹੈ ਹਾਂਜੀ ਤਾਰੀਫ ਕਰੋ ਜਿਹੜੀ ਬਲੀਡਿੰਗ ਹੁੰਦੀ ਸੀ ਬਲੀਡਿੰਗ ਰੁਕ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਬਿਲਕੁਲ ਸੁੱਕਾ ਹੈ ਹੱਥ ਓਕੇ ਠੀਕ ਵੈਰੀ ਗੁੱਡ ਇਹ ਸਿਸਟਰ ਦੱਸ ਰਹੇ ਨੇ ਕਿ ਇਹਨਾਂ ਦੇ ਘਰ ਵਿੱਚ ਰਾਤ ਬਹੁਤ ਜ਼ਿਆਦਾ ਝਗੜਾ ਹੋਇਆ ਇਹਨਾਂ ਦੇ ਮੁੰਡੇ ਆਪਸ ਵਿੱਚ ਹੱਥਾਪਾਈ ਹੋ ਗਏ ਕਾਫੀ ਜ਼ਿਆਦਾ ਔਰ ਇਹਨਾਂ ਦਾ ਮਨ ਸੀ ਕਿ ਮੈਂ ਸਵੇਰੇ ਚਰਚ ਜਾਣਾ ਹੈ ਅਗਰ ਝਗੜਾ ਹੋ ਗਿਆ ਤੇ ਬਹੁਤ ਜ਼ਿਆਦਾ ਝਮੇਲਾ ਹੋ ਜਾਣਾ ਹੈ ਲੇਕਿਨ ਹਾਲੇਲੂਇਆ ਔਰ ਇਹਨਾਂ ਪ੍ਰੇਅਰ ਕੀਤੀ ਰਾਤ ਨੂੰ ਵੀ ਬਿਲਕੁਲ ਫ੍ਰੀ ਹੋ ਗਏ ਕੋਈ ਪ੍ਰੋਬਲਮ ਨਹੀਂ ਇਹਨਾਂ ਦੇ ਘਰ 'ਚ ਕੋਈ ਝਗੜਾ ਨਹੀਂ ਹੈ ਬਿਲਕੁਲ ਸਾਰੇ ਸ਼ਾਂਤ ਹੋ ਗਏ ਔਰ ਦੱਸ ਰਹੇ ਨੇ ਕਿ ਜਦੋਂ ਚਰਚ ਦੇ ਵਿੱਚ ਆਏ ਸੀ ਇਹਨਾਂ ਦਾ ਮਨ ਬਹੁਤ ਹੀ ਜ਼ਿਆਦਾ ਉਦਾਸ ਸੀ ਰਾਤ ਦੀ ਗੱਲ ਤੋਂ ਕਿਉਂਕਿ ਇਹਨਾਂ ਦੇ ਘਰ ਜਿਹੜਾ ਝਗੜਾ ਹੋਇਆ ਸੀ ਔਰ ਬਹੁਤ ਜ਼ਿਆਦਾ ਅਸ਼ਾਂਤ ਫੀਲ ਕਰ ਰਹੇ ਸੀ ਲੇਕਿਨ ਹੁਣ ਦੱਸ ਰਹੇ ਕਿ ਬਿਲਕੁਲ ਫ੍ਰੀ ਨੇ ਇਹਨਾਂ ਨੂੰ ਆਨੰਦ ਦੇ ਵਿੱਚ ਆ ਖੁਸ਼ੀ ਦੇ ਵਿੱਚ ਔਰ ਸ਼ਾਂਤੀ ਦੇ ਵਿੱਚ ਪਰਮੇਸ਼ਰ ਦੇ ਘਰ ਦੇ ਵਿੱਚ ਆਣ ਕੇ ਪਰਮੇਸ਼ਰ ਦਾ ਸ਼ੁਕਰ ਕਰਦੇ ਆ ਕਿ ਉਸ ਵੱਡੀ ਵਿਪਤਾ ਤੋਂ ਬਚਾਇਆ ਸਭ ਜਨ ਜ਼ੋਰਦਾਰ ਤਾਰੀਫ ਕਰਾਂ ਤਾਰੀਫ ਕਰੋ ਜ਼ੋਰ ਦੇ ਨਾਲ ਜ਼ੋਰ ਦੇ ਨਾਲ
ਬੀਪੀ ਜਿਹੜਾ ਵੱਧ ਜਾਂਦਾ ਸੀ। ਇਹ ਬੀਜੀ ਬਹੁਤ ਪ੍ਰੋਬਲਮ ਦੇ ਵਿੱਚ ਸੀ ਔਰ ਦਵਾਈ ਲੈ ਰਹੇ ਸੀ ਪਰ ਕੋਈ ਵੀ ਆਰਾਮ ਜਿਹੜਾ ਨਹੀਂ ਸੀ ਆ ਰਿਹਾ ਤੇ ਬੁਖਾਰ ਵੀ 2-3 ਦਿਨ ਤੋਂ ਬਹੁਤ ਤੇਜ਼ ਸੀ। ਜਦ ਵੀਰਵਾਰ ਨੂੰ ਪ੍ਰਭੂ ਦੇ ਦਾਸ ਇਹਨਾਂ ਦੇ ਘਰੇ ਗਏ, ਅਚਾਨਕ ਪ੍ਰਭੂ ਦੇ ਦਾਸਾਂ ਨੇ ਪ੍ਰੇਅਰ ਕੀਤੀ। ਪ੍ਰਭੂ ਦਾ ਨਾਲ ਬੀਜੀ ਦਾ ਨਾਤਾ ਜਿਹੜਾ ਰਾਤ ਦਾ ਪ੍ਰਭੂ ਦੇ ਨਾਲੋਂ ਟੁੱਟ ਚੁੱਕਾ ਸੀ। ਜੋ ਇਹ ਰਾਤ ਨੂੰ ਮੀਟਿੰਗਾਂ ਅਟੈਂਡ ਕਰਦੇ ਸੀ ਉਹ ਨਹੀਂ ਸੀ ਕਰ ਪਾ ਰਹੇ, ਜਿਸ ਕਾਰਨ ਇਹਨਾਂ ਦੇ ਜੀਵਨ 'ਚ ਪ੍ਰੋਬਲਮ ਸੀ। ਇਹਨਾਂ ਪ੍ਰਭੂ ਦੇ ਦਾਸਾਂ ਨਾਲ ਨੇ ਪ੍ਰੇਅਰ ਕੀਤੀ, ਬੀਬੀ ਨੇ ਇਕਰਾਰ ਕੀਤਾ ਔਰ ਉਸ ਦਿਨ ਦੀ ਪ੍ਰਭੂ ਜੀ ਨੇ ਮਹਾਨ ਕਿਰਪਾ ਇਹਨਾਂ ਦਾਸਾਂ ਦੇ ਦੁਆਰਾ, ਵਚਨਾਂ ਦੇ ਦੁਆਰਾ ਪ੍ਰਭੂ ਜੀ ਨੇ ਬੀਬੀ ਨੂੰ ਆਜ਼ਾਦ ਕੀਤਾ। ਹੁਣ ਬਿਲਕੁਲ ਠੀਕ ਹੈ, ਨਾ ਤਾਂ ਬੁਖਾਰ ਹੈ ਔਰ ਨਾ ਹੀ ਬੀਪੀ ਵੱਧਦਾ ਹੈ, ਨਾ ਹੀ ਘਟਦਾ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ ਔਰ ਆਪਣੇ ਪ੍ਰਭੂ ਜੀ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਉਹ ਵੱਡੇ ਵੱਡੇ ਕੰਮ ਕਰਦਾ, ਉਹ ਵੱਡੇ ਵੱਡੇ ਕੰਮ ਕਰਦਾ, ਉਹ ਵੱਡੇ ਵੱਡੇ ਕੰਮ ਕਰਦਾ, ਉਹ ਵੱਡੇ ਵੱਡੇ ਕੰਮ ਕਰਦਾ। ਉਹ ਵੱਡੇ ਵਿੱਚ ਇਹ ਜੱਗ ਵਿੱਚ ਲੱਖਾਂ ਦੀ ਕਮਾਈ, ਉਹ ਵੱਡੇ ਵੱਡੇ ਕੰਮ ਕਰਦਾ, ਉਹ ਵੱਡੇ ਵੱਡੇ ਕੰਮ ਕਰਦਾ, ਉਹ ਵੱਡੇ ਵੱਡੇ ਕੰਮ ਕਰਦਾ। तारीफ करो जोर दे नाल। वेरी गुड। हाँ नेक्स्ट वेरी गुड। एक साइड सिस्टर का नाम निम्मो, पिंड वरपाल। सिस्टर जी की गवाही की पिछले मंगलवार अचानक रात इन्हां दी बेटी नूं चिकन पॉक्स हो गई। सिस्टर बहुत ज्यादा परेशान, हाँ जी परेशान होए, पर इन्हां वचन पढ़े, प्रेयर की और बुधवार सवेरे प्रभु मीटिंग ते ले गए। प्रभु दे दासां ने प्रेयर की, प्रभु दा मसा कीता, अनॉइंटिंग ऑयल लगातार बच्ची दे लगाउंदे रहे। प्रभु दी महान किरपा ही जो चिकन पॉक्स दे दाने बच्ची दे बॉडी दे ऊपर होए सी उसे दिन ही सुक गए और जख्म जड़े दोबारा नहीं वधे। इस महान किरपा वास्ते अपने दासां दा, अपने प्रभु जी दा बहुत बहुत धन्नवाद करदे। सब भैन भाई जोरदार ताली। तुम दे तबाना नु तमाना तारे दिल दे अमर दे जावदा, तारे दिल दे अमर दे जावदा। शाम रात दी गरत दी खुदाई, शाम रात दी गरत दी खुदाई। वड्डे वड्डे काम करदा, वड्डे वड्डे काम करदा, वड्डे वड्डे काम करदा, वड्डे वड्डे काम करदा। तारीफ करो जोर दे नाल ਵੱਡੇ ਵੱਡੇ ਕੰਮਾਂ ਦੇ ਵਾਸਤੇ। दूसरी गवाही ब्रदर दी ये है कि ਜਿਹੜੇ ਸੰਗ ਦੇ ਵੀ ਤਾਰੀਫ ਕਰੋ। ਇਹਨਾਂ ਦੀ ਬਾਂਹ ਦੇ ਸੰਗ ਬਹੁਤ ਉੱਪਰ ਜ਼ਿਆਦਾ 1 ਲੱਗਦੀ। ਸਾਲ ਤੋਂ ਲੂਤ ਵਾਲੀ ਅਲਰਜੀ ਸੀ। Yes, 1 yes. ਸਾਲ ਹੋ ਗਿਆ ਸੀ ਦਵਾਈ ਲਾਉਂਦੇ ਰਹੇ ਪਰ ਕਦੇ ਵੀ ਆਰਾਮ ਜਿਹੜਾ ਨਹੀਂ ਸੀ ਆਇਆ। ਲੂਤ ਵਾਲੀ ਅਲਰਜੀ ਸੀ ਜਿਹੜੀ ਖਾਰਸ਼ ਬਹੁਤ ਹੁੰਦੀ ਸੀ। ਬ੍ਰਦਰ ਬਹੁਤ ਪਰੇਸ਼ਾਨ ਰਹਿੰਦੇ ਫਿਰ ਜਦ ਲਗਾਤਾਰ ਚਰਚ ਆਉਂਦੇ ਰਹੇ, ਪ੍ਰਭੂ ਦੇ ਦਾਸ ਲੇ ਹੈਂਡ ਪ੍ਰੇਅਰ ਕਰਦੇ ਸੀ, ਅਨੌਇੰਟਿੰਗ ਆਇਲ ਪ੍ਰਭੂ ਦਾ ਮਸਾ ਕੀਤਾ ਹੋਇਆ ਲਗਾਉਂਦੇ ਰਹੇ। ਪ੍ਰਭੂ ਦੇ ਦਾਸ ਬਿਮਾਰੀਆਂ ਨੂੰ ਡਾਂਟਦੇ ਸੀ, ਰਿਸੀਵ ਕਰਦੇ ਸੀ ਔਰ ਆਪ ਲਗਾਤਾਰ ਵਚਨ ਪੜ੍ਹਦੇ ਸੀ, ਪ੍ਰੇਅਰ ਕਰਦੇ ਸੀ ਔਰ ਪ੍ਰਭੂ ਦੀ ਮਹਾਨ ਕਿਰਪਾ ਪ੍ਰਭੂ ਜੀ ਨੇ 1 ਸਾਲ ਦੇ ਬੰਧਨ ਨੂੰ ਤੋੜਿਆ, ਇਹਨਾਂ ਨੂੰ ਲੂਤ ਵਾਲੀ ਅਲਰਜੀ ਤੋਂ ਛੁਟਕਾਰਾ ਦਿੱਤਾ। ਇਸ ਮਹਾਨ ਕਿਰਪਾ ਵਾਸਤੇ ਹਾਂ ਠੀਕ। ਆਪਣੇ ਦਾਸਾਂ ਦਾ, ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ। ਆਮੀਨ। ਡਬਲ ਟ੍ਰੈਕ। ਜਿਨ੍ਹਾਂ ਨੂੰ ਅਲਰਜੀ ਸੁਣੋ ਜਿੰਨੇ ਵੀ ਅਲਰਜੀ ਵਾਲੇ ਆ ਰਿਸੀਵ ਕਰੋ ਇਸ ਗਵਾਹੀ ਨੂੰ, ਰਿਸੀਵ ਕਰੋ। ਜਿਨ੍ਹਾਂ ਵਿਸ਼ਵਾਸ ਕੀਤਾ ਲਗਾਤਾਰ ਅਨੌਇੰਟਿੰਗ ਆਇਲ ਲਗਾਇਆ, ਅੱਜ ਲੇ ਹੈਂਡ ਪ੍ਰੇਅਰ ਹੋਣੀ ਆ। ਅੱਜ ਮੈਂ ਲੇ ਹੈਂਡ ਕਰਨੀ ਹੈ, ਲੇ ਹੈਂਡ ਹੋਏਗੀ ਕਿਉਂਕਿ ਇਸ ਤੋਂ ਗਵਾਹੀਆਂ ਤੋਂ ਬਾਅਦ ਵਚਨ ਸ਼ੁਰੂ ਹੋ ਰਿਹਾ। ਆਪਾਂ ਲੇ ਹੈਂਡ ਕਰਾ ਕੇ ਜਾਣੀ, ਜੇ ਆਪਾਂ ਅਗਲੀ ਸੰਡੇ ਗਵਾਹੀਆਂ ਦੇ ਨਾਲ ਵਾਪਸ ਆਉਣਾ ਦੇ। ਆਮੀਨ। ਹਾਂ ਨੈਕਸਟ ਗਵਾਹੀ। ਸਿਸਟਰ ਦਾ ਨਾਮ ਗੁੱਡੀ ਹੈ, ਪਿੰਡ ਨੰਗਲੀ ਹੈ। ਸਿਸਟਰ ਦੀ ਗਵਾਹੀ ਕਿ ਇਹਨਾਂ ਦਾ ਬੇਟਾ ਦੁਬਈ 'ਚ ਰਹਿੰਦਾ ਹੈ ਔਰ ਬੇਟਾ ਉਸ ਜਗ੍ਹਾ ਤੇ 1 ਹਫ਼ਤੇ ਤੋਂ ਬਿਮਾਰ ਸੀ। ਲੱਕ 'ਚ ਦਰਦ ਹੁੰਦੀ ਸੀ, ਬੈਕ ਪੈਨ ਸੀ, ਬੱਚਾ ਪੂਰੀ ਬੋਡੀ ਜਿਹੜੀ ਇਹਦੀ ਦਰਦ ਕਰਦੀ ਸੀ ਔਰ ਚੱਕਰ ਉਹਨੂੰ ਬਹੁਤ ਸਾਰੇ ਆਉਂਦੇ ਸੀ। 2-3 ਦਿਨ ਤੱਕ ਬੇਟਾ ਬਿਮਾਰ ਰਿਹਾ ਪਰ ਉਹਨੇ ਆਪਣੇ ਘਰੇ ਫੋਨ ਨਹੀਂ ਕੀਤਾ। ਫਿਰ ਜਦ ਉਹਨੂੰ ਬਿਲਕੁਲ ਉਹਦੀ ਵਾਹ ਨਹੀਂ ਗਈ, ਉਹਨੇ ਇਹਨਾਂ ਨੂੰ ਫੋਨ ਕੀਤਾ। ਸਿਸਟਰ ਪ੍ਰਭੂ ਦੇ ਦਾਸਾਂ ਦੇ ਘਰੇ ਆਏ ਬੁੱਧਵਾਰ ਨੂੰ ਸ਼ਾਮੀ ਔਰ ਪ੍ਰਭੂ ਦੇ ਦਾਸਾਂ ਨੇ ਪ੍ਰੇਅਰ ਕੀਤੀ। ਪ੍ਰਭੂ ਦੀ ਮਹਾਨ ਕਿਰਪਾ
हालेलुया किने लोकां ਨੂੰ ਸਮਝ ਲੱਗੀ ਆ रुक जाओ ਉਹ ਜਗ੍ਹਾ ਤੇ ਖੜੇ ਰਹੋ ਅੱਜ ਤੁਸੀਂ ਵਿਸ਼ਵਾਸ ਨਹੀਂ ਕਰਦੇ ਪਾਸਟਰ ਦੇ ਕੋਲ ਰਹਿ ਕੇ ਇਹਨਾਂ ਦਾ ਬੇਟਾ 7 ਸਮੁੰਦਰ ਦੂਰ ਸੀ ਸਿਰਫ ਸਾਡੀ ਵੀਡੀਓ ਕਾਲ ਤੇ ਪ੍ਰੇਅਰ ਹੋਈ ਹੈ ਵੀਡੀਓ ਕਾਲ ਤੇ ਪ੍ਰਭੂ ਦੀ ਆਤਮਾ ਨੇ ਮੈਨੂੰ ਉਸੇ ਵੇਲੇ ਦੱਸਿਆ ਕਿ ਇਹਨੂੰ ਸੱਪਾਂ ਨੇ ਵੱਲ ਮਾਰੇ ਬਹੁਤ ਸਾਰੀਆਂ ਪ੍ਰੋਬਲਮਾਂ ਅੱਗੋਂ ਪੇਤ ਵੇਖਿਆ ਪ੍ਰੇਅਰ ਕੀਤੀ ਡਾਟਿਆ ਉਸੇ ਵਕਤ ਉਹਦਾ ਲੱਕ ਠੀਕ ਹੋ ਗਿਆ पूरी लक की प्रॉब्लम सी पूरी बॉडी ਨੂੰ शैतान ने जकड़िया सी और जिन्नियां भी चीज़ां नाल उस वक्त प्रभु ने क्योंकि मैं तुहानू बार बार कहना प्रेयर ते मसा होने तो बिना बंधन कभी नहीं टुटते जिन्हें लोग सुनते हैं जिन्ना चर तुहानू नहीं पता तुहानू प्रॉब्लम की काहदा इलाज करोगे अभिषेक के कारण तेरा हर चूल्हा तोड़ दिता अभिषेक अज मिलेगा तुहानू जिन्हें लोग सुनते हैं हले होगा प्रभु का अनॉइंटिंग ट्रांसफर किया जाएगा इन पार्ट जिन्हें लोग जगह ते आमीन हाँ जी ठीक है ओके अगली नेक्स्ट कोई सिस्टर का नाम जसपिंदर कौर पिंड मरड़ी तो आया मरड़ी कलां तो सिस्टर जी गवाही की एक हफ्ते तो इन्हां दे बेटे दे शरीर दे ऊपर भी बहुत सारे छोटे छोटे जख्म हो गए सी पूरी शरीर दे उत्ते जख्म सी बच्चे दे सिस्टर बहुत परेशान सी दवाई लई सी पर कद कोई आराम नहीं सी आया पिछले वीरवार नु प्रभु दे दास और दासी इन्हां दे घरे गए उन्हां वेख्या और प्रेयर कीती और जद उन्हां प्रेयर कीती उस दिन दा ही बच्चा जड़ा जख्मां वाली एलर्जी तो आजाद है जख्म बिल्कुल सुक चुके हैं इस महान कृपा वास्ते अपने दासां दा अपने प्रभु जी दा बहुत बहुत धन्यवाद करदे सब भैन भाई जोरदार तारीफ करांगे आत्मा दा मी बरसा दो यीशु आत्मा दा मी बरसा दो यीशु बाबा दा जीना मेगा वाला जीना आत्मा दा मी बरसा दो यीशु आत्मा दा मी बरसा दो तारीफ करो जोर दे नाल दूसरे ते गवाहियां वेख के खुश हो के ताड़ियां भी बन के जिन्हें लोग सुनते हैं देखो परमेश्वर दे कम्मां नू ਜਦੋਂ ਰੱਬ ਦੇ ਕੰਮ ਵਿੱਚ ਤੁਸੀਂ ਫ੍ਰੀ ਹੁੰਦੇ ਹਾਂ ਨੈਕਸਟ सिस्टर का नाम ज्योति पिंड बालकला जयंती वजूमान सिस्टर दे पहले पेके इन्हां दे बालकला है ना तां मैनूं भुलेखा लग गया सिस्टर दे पिंड जड़ा बज्जूमान है नाम दा ज्योति है सिस्टर दी गवाही की 1 साल तो सिस्टर नूं बवासीर दी प्रॉब्लम सी सिस्टर बहुत परेशान सी कुछ जी गलतियां सी इन्हां दे जीवन विच जद लगातार चर्च आउंदे रहे प्रभु दे दास जिस तरह सिखाते रहे कि तुसी इकरार करो प्रभु को माफी मांगो तुसी आजाद हो जाओगे सिस्टर ने लगातार इकरार करके माफी मांगती रही प्रभु जी ने 1 साल दे बंधन नु तोड़िया एनु जड़ी बवासीर दी प्रॉब्लम सी ओ तो 4 महीने हो चुके हैं बिल्कुल फ्री हो चुके हैं सिस्टर बिल्कुल ओके अब कोई प्रॉब्लम नहीं इस महान कृपा वास्ते अपने दासां दा अपने प्रभु जी दा दिल तो धन्यवाद करते सब भैन भाई जोरदार तारीफ करेंगे आमीन देखो कैसे अजब हुएगा देखो कैसे अजब हुएगा देखो कैसे अजब हुएगा आते आते हैं अब पाते हैं आते आते हैं अब पाते हैं रोक रोक से गाते नाम यीशु मसीह के नाम से देखो कैसे अजब हुएगा कैसे अजब हुएगा हालेलुया किने लोकां ਨੂੰ ਸਮਝ ਲੱਗੀ ਆ ਬਾਬਾ ਸੀਰ ਦੀ ਪ੍ਰੋਬਲਮ ਸੁਣੋ ਇੱਧਰ ਧਿਆਨ ਦਿਓ ਸਭ ਸੁਣਦੇ ਬਾਬਾ ਸੀਰ ਕਿਹੜੀ ਸੀ ਸਿਸਟਰ ਮੌਕੇ ਵਾਲੀ ਕਿ ਕਿਹੜੀ ਮੌਕੇ ਵਾਲੀ ਕਿੰਨੇ ਚਿਰ ਬਾਅਦ ਫਿਰ ਪ੍ਰੋਬਲਮ ਹੋ ਜਾਂਦੀ ਸੀ
ਨਹੀਂ 1 ਸਾਲ ਤਾਂ ਤੁਹਾਨੂੰ ਬਵਾਸੀਰ ਸੀ ਨਾ, ਤੇ ਜਦੋਂ ਠੀਕ ਵੀ ਹੋ ਜਾਂਦੀ ਫਿਰ ਖਰਾਬ ਹੋ ਜਾਂਦੀ। ਜਦੋਂ ਮੈਡੀਸਨ ਖਾਂਦੇ, ਦੇਸੀ ਦਵਾਈ ਖਾਂਦੀ ਰਹੀ, ਦੇਸੀ ਦਵਾਈ ਖਾਂਦੇ, ਕਿੰਨਾ ਚਿਰ ਖਾਂਦੇ ਰਹਿੰਦੇ, ਠੀਕ ਰਹਿੰਦੀ? ਉਸ ਤੋਂ ਬਾਅਦ 2-4 ਮਹੀਨੇ ਖਾਧੀ, ਬਾਅਦ ਚ ਫਿਰ ਮੈਂ ਛੱਡ ਦਿੱਤੀ, ਫਰਕ ਨਹੀਂ ਪੈਂਦਾ ਉਹਦੇ ਨਾਲ। ਫਰਕ ਨਹੀਂ ਪੈਂਦਾ। ਨਹੀਂ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ? ਫਿਰ ਮੈਂ ਚਰਚ ਆਉਣ ਲੱਗ ਪਈ, ਫਿਰ ਤੁਸੀਂ ਲਗਾਤਾਰ ਚਰਚ ਆਉਣਾ ਸ਼ੁਰੂ ਕੀਤਾ? ਹਾਂਜੀ। ਕੀ ਹੋਰ ਕਰਦੇ ਰਹੇ? ਪ੍ਰੇਅਰ, ਅਨੈਂਟਿੰਗ ਆਇਲ, ਕੀ ਕੀਤਾ? ਤੇਲ ਕਰਦੇ ਰਹੇ ਤੇ ਨਾਲੇ ਤੁਸੀਂ ਸੰਤ ਜੀ ਇੱਥੇ ਨਾ ਮਤਲਬ ਫਿਰ ਫੈਸੀ ਕਰਨ ਦੇ ਹੋ ਤੇ ਮੈਂ ਵਿਸ਼ਵਾਸ ਬਲੀਡਿੰਗ ਹੋ ਰਹੀ, ਕੀਤਾ। ਕਿਸੇ ਤੇ ਬਲੀਡਿੰਗ ਹੋ ਰਹੀ ਆ? ਹਾਂਜੀ ਹਾਂ ਹਾਂ ਹਾਂ। ਤੇ ਫਿਰ ਮੈਂ ਮਤਲਬ ਵਿਸ਼ਵਾਸ ਜਿਹਾ ਕੀਤਾ ਤੇ ਉਸ ਦਿਨ ਤੋਂ ਮੈਨੂੰ ਫਰਕ ਗਿਆ। ਮੈਂ ਗਵਾਹੀ ਨਹੀਂ ਦਿੱਤੀ ਪਰ ਇਹ ਸਭ ਤੋਂ ਮਾੜੀ ਗੱਲ ਹੁੰਦੀ ਜਿਹੜੀ ਲੋਕ ਗਵਾਹੀ ਨਹੀਂ ਦਿੰਦੇ। ਵੇਖੋ ਕਿੱਡਾ ਵੱਡਾ ਰੋਗ ਪ੍ਰਭੂ ਨੇ ਚੰਗਾ ਕੀਤਾ। ਪ੍ਰਭੂ ਸਾਡਾ ਹੈਗਾ ਕਿ ਨਹੀਂ ਇੱਥੇ? ਪ੍ਰਭੂ ਹੈਗਾ ਕਿ ਨਹੀਂ? ਕੌਣ ਹੈ ਜਗ੍ਹਾ ਤੇ? ਸਾਰੇ ਬੋਲੋ, ਕੌਣ ਹੈ? ਤੁਸੀਂ ਕਿਉਂ ਨਹੀਂ ਬੋਲ ਰਹੇ ਵੀ? ਮੈਂ ਤਾਲੀ ਮਾਰਨ ਵਾਸਤੇ ਨਹੀਂ ਆਖਿਆ। ਇੱਥੇ ਕੌਣ ਆ? ਮੈਜੀਸ਼ੀਅਨ ਪਲੇ ਹੋਣਗੇ, ਆਪਾਂ ਸਾਰੇ ਬੋਲਾਂਗੇ ਕੌਣ ਆ? ਸਾਰੇ ਬੋਲੋ, ਕੌਣ ਆ? ਯਿਸੂ ਯਿਸੂ ਯਿਸੂ। ਉਹ ਯਿਸੂ ਲੋਕਾਂ ਨੂੰ ਜਗਾ ਕਰਦਾ। ਆਮੀਨ। ਇਹ ਸਿਸਟਰ ਦੱਸ ਰਹੀ ਆ 1 ਸਾਲ ਤੋਂ ਮੇਰੇ ਮੌਕੇ ਵਾਲੀ ਪ੍ਰੋਬਲਮ ਸੀ। ਆਮੀਨ। ਜਦੋਂ ਪ੍ਰਭੂ ਦੇ ਦਾਸ ਇਸ ਜਗ੍ਹਾ ਤੋਂ ਘੋਸ਼ਣਾ ਕਰ ਰਹੇ ਕਿ ਕੋਈ ਮੈਂ ਸਿਸਟਰ ਦੇਖ ਰਿਹਾ ਜਿਹਨੂੰ ਬਲੀਡਿੰਗ ਹੋ ਰਹੀ ਹੈ, ਬਲੱਡ ਨਿਕਲ ਰਿਹਾ। ਇਹ ਸਿਸਟਰ ਕਹਿ ਰਹੀ ਕਿ ਮੈਂ ਰਿਸੀਵ ਕੀਤਾ, ਪਰ ਮੈਂ ਕੀ ਕਿਆ ਕਰਕੇ ਵੇਖ ਲੈਨੇ ਆ। 1 ਮਿੰਟ, ਮੈਕ ਦੋ। ਜਦੋਂ ਮੈਂ ਜਗ੍ਹਾ ਤੇ ਪ੍ਰੋਫੈਸੀ ਕਰ ਰਿਹਾ ਕਿ ਤੁਹਾਡੀ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ, ਮੈਂ ਬਲੱਡ ਦੇ ਰੋਗੀ ਚੰਗੇ ਹੁੰਦੇ ਦੇਖ ਰਿਹਾ। ਕਿੰਨੀ ਵਾਰ ਆਵਾਜ਼ ਆਉਂਦੀ ਆ? ਤੁਸੀਂ ਰਿਸੀਵ ਕੀਤਾ? ਤੁਸੀਂ 2 ਐਤਵਾਰ ਮੇਰੇ ਕੋਲ ਆਇਆ ਨਹੀਂ ਕਿ ਮੈਂ ਗਵਾਹੀ ਦੇਣੀ ਸੀ, ਬਾਅਦ ਵਿੱਚ ਤੁਸੀਂ 2 ਐਤਵਾਰ ਨਹੀਂ ਆਏ। ਜਿੱਦਾਂ ਤੁਸੀਂ ਇਹ ਜਗ੍ਹਾ ਤੇ ਆਮੀਨ ਬੋਲ ਕੇ ਰਿਸੀਵ ਕੀਤਾ, ਫਿਰ ਕਿੰਨੀ ਦੇਰ ਬਾਅਦ ਤੁਸੀਂ ਆਪਣੀ ਹੀਲਿੰਗ ਨੂੰ ਵੇਖਿਆ ਕਿ ਹੁਣ ਮੈਂ ਠੀਕ ਹੋ? ਕਿਸ ਤਰ੍ਹਾਂ ਚੱਕ? ਮਹੀਨੇ ਹੋ ਗਏ ਨਹੀਂ ਮਤਲਬ ਕੋਈ ਮੈਂ ਸਾਰੇ ਮਸਾਲੇ ਵੀ ਖਾ ਰਹੀ, ਕੋਈ ਗੱਲ ਨਹੀਂ ਕੋਈ ਤੁਸੀਂ ਸਾਰੇ ਮਸਾਲੇ ਖਾ ਰਹੇ, ਮਿਰਚ ਖਾ ਰਹੇ ਬਹੁਤ ਜ਼ਿਆਦੀ? ਮਿਰਚ ਕਿੰਨੀ ਕੁ ਖਾ ਲੈਂਦੇ? ਨਹੀਂ ਮੈਕ ਚ ਬੋਲੋ। ਮੈਂ ਤੁਹਾਨੂੰ ਮਿਰਚਾਂ ਵਾਲੇ ਘਰ ਵਾੜਦਾ। ਇੱਧਰ ਨੁੱਕਰ ਚ ਮਿਰਚਾਂ ਵਾਲਾ ਵੀ ਘਰ ਹੈਗਾ। ਇੱਕ ਆਪਾਂ 9 ਲੈਂਦੀ ਲੁਧਿਆਣੇ ਤੋਂ, ਮਿਰਚਾਂ ਚੰਗੀਆਂ ਠੋਕ ਕੇ ਪਾਉਂਦੀ ਆ। ਉਹ ਮਿਰਚਾਂ ਵਾਲਾ ਪਰਿਵਾਰ ਆ, ਤਾਂ ਲੱਗਿਆ ਕਿ ਮੈਂ ਕਿਹਾ ਕਿੰਨੀ ਕਿ ਮਿਰਚ ਖਾ ਸਕਦੇ, ਮੈਂ ਤਾਂ ਹੀ ਬਲੇ। ਖਾ ਲਈਦੀ ਆ ਤੇ ਪਰ ਮਤਲਬ ਹੁਣ ਮੈਂ ਠੀਕ ਆ ਫਿਰ। ਪਰ ਜਿੰਨੀ ਇਹ ਖਵਾਉਂਦੇ ਉਨੀ ਨਹੀਂ ਤੁਸੀਂ ਖਾ ਸਕਦੇ। ਹਾਲੇਲੂਇਆ। ਕੋ ਰੱਬ ਦਾ ਬੰਦਾ ਹੀ ਕਹਿੰਦਾ ਜਦੋਂ ਘਰਾਂ ਵਿੱਚ ਜਾਈਦਾ ਉਦੋਂ ਵੀ ਸੀਕਰਾਂ ਵੱਜਦੀਆਂ ਵਾ, ਤੇ ਜਦੋਂ ਟਾਇਲਟ 'ਚ ਜਾਈਦਾ ਉਦੋਂ ਵੀ ਸੀਕਰਾਂ ਕੀ ਹੁੰਦੀਆਂ? ਕਿੰਨੇ ਲੋਕਾਂ ਨੂੰ ਸਮਝ ਲੱਗੀ ਆ? ਖਾਣ ਵਾਰੀ ਵੀ ਸੀਕਰਾਂ ਤੇ ਲੈਟਰਿੰਗ ਪੈਣ ਵਾਰੀ ਵੀ। ਇਹ ਸੁਣ ਲੈਂਦਾ ਹੁਣ ਜਗਣ ਇੱਕੋ ਮਿਰਚ ਪਾ ਦਿਆ ਕਰਨ ਵਿਚਾਰਿਆ ਪਾਸਟਰਾਂ ਨੂੰ। ਪਾਸਟਰਾਂ ਨੂੰ 2 ਬਿਮਾਰੀਆਂ ਤੇ, ਇੱਕ ਸ਼ੂਗਰ ਹੁੰਦੀ ਤੇ ਇੱਕ ਬਵਾਸੀਰ ਹੁੰਦੀ ਆ। ਕਿਉਂਕਿ ਲੋਕੀ ਚਾਹ ਬੜੀ ਪਿਆਉਂਦੇ ਆ ਤੇ ਉਧਰੋਂ ਮਿਰਚ ਬਹੁਤ ਜ਼ਿਆਦਾ ਕੀ ਕਰਦੇ ਆ? ਇਹ ਬਿਮਾਰੀਆਂ ਹੁੰਦੀਆਂ। ਅਸੀਂ ਪਹਿਲਾਂ ਹੀ ਸਾਰਾ ਕੁਝ ਕੀ ਕਰ ਦਿੱਤਾ? ਬਾਈਬਲ ਦਾ ਸਭ ਕੁਝ ਛੱਡੋਗੇ ਤੇ ਬਚੋਗੇ। ਜੇ ਕੰਮ ਕਰਨਾ ਤੇ ਫਿਰ ਤੁਹਾਡੀ ਆਪਣੀ ਸਿਹਤ ਪਹਿਲੇ ਠੀਕ ਹੋਣੀ ਚਾਹੀਦੀ ਹੈ। ਹੈਲਥ ਇਜ਼ ਵੈਲਥ। ਇਸ ਸਿਸਟਰ ਦੇ ਵਾਸਤੇ ਤਾਰੀਫ ਕਰਾਂਗੇ ਔਰ ਜੀਵਤ ਪ੍ਰਭੂ ਲਈ ਤਾਰੀਫ ਕਰਾਂਗੇ ਜਿਹਨੇ ਕਿੰਨੇ ਵੱਡੇ ਰੋਗ ਤੋਂ ਤਾਰੀਫ ਕਰੋ ਜ਼ੋਰ ਦੇ ਨਾਲ। ਆਮੀਨ। ਹਾਂ ਨੈਕਸਟ ਹਾਂ ਲਿਖ ਵਾਈ ਸੁਣਾ ਠੀਕ ਹੈ। ਤੇ ਸਿਸਟਰ ਜਾ ਸਕਦੀ। ਹਾਂ ਐਸਾ ਕੈਮਰਾ ਨਾ ਦੂਸਰੀ ਸਾਈਡ। ਯੈਸ ਸਿਸਟਰ ਦਾ ਨਾਮ ਨਿੰਦਰ ਕੌਰ, ਪਿੰਡ ਨਵੇਂ ਨਾਗ। ਸਿਸਟਰ ਜੀ ਗਵਾਹੀ ਕਿ 1 ਮਹੀਨੇ ਤੋਂ ਇਹਨਾਂ ਦੇ ਹਾਲੇਲੂਇਆ। ਪਿੰਡ ਨਾ ਖੁਰਦ, ਨਵੇਂ ਨਾਗ ਹੈ ਵਾ ਨਾ ਖੁਰਦ ਉਧਰਿਆ, ਨਾ ਗਾਂ ਵਾ ਸੇਮੇ ਨਾਗ ਉਧਰਿਆ। ਮੈਨੂੰ ਪਤਾ ਹੁੰਦਾ ਨਾ। ਨਾਗ ਖੁਰਦ। ਸਿਸਟਰ ਦੀ ਗਵਾਹੀ ਕਿ 1 ਮਹੀਨੇ ਤੋਂ ਇਹਨਾਂ ਦੇ ਬੇਟੇ ਦਾ ਪੱਠੇ ਤੇ ਕੰਮ ਕਰਦੇ ਸੀ, ਝਗੜਾ ਚੱਲਦਾ ਸੀ ਪੈਸਿਆਂ ਦਾ। ਸਭ ਨੇ ਧਿਆਨ ਦੇ ਕੇ ਗਵਾਹੀ ਸੁਣਨੀ। ਝਗੜਾ ਚੱਲਦਾ ਸੀ ਉਸ ਜਗ੍ਹਾ ਤੇ। ਇਹਨਾਂ ਪੈਸੇ ਇਹਨਾਂ ਦਾ ਜਿਹੜਾ ਬੁਕਾਇਆ ਸੀ 20,000 ਰੁਪਏ ਰਹਿੰਦਾ ਸੀ ਤੇ ਉਹ ਇਹਨਾਂ ਦੇ ਨਾਲ ਝਗੜਾ ਕਰਦੇ ਸੀ ਕਿ ਤੋਈ ਸੀ ਇੱਥੇ ਥੋੜਾ ਸਮਾਂ ਹੀਟਰ ਲਗਾਉਂਦੇ ਰਹੇ ਜੇ ਤੁਹਾਡੇ ਅਸੀਂ ਪੈਸੇ ਜਿਹੜੇ ਨਹੀਂ ਦੇਣੇ, ਸਾਰਾ 20,000 ਰੁਪਏ ਤੁਹਾਡਾ ਅਸੀਂ ਬਿੱਲ ਜਿਹੜਾ ਕੱਟ ਲੈਣਾ ਵਾ। ਇਹ ਲਗਾਤਾਰ ਬਹੁਤ ਪਰੇਸ਼ਾਨ ਸੀ। ਲਗਾਤਾਰ ਚਰਚ ਆਉਂਦੇ ਸੀ, ਪ੍ਰਭੂ ਦੇ ਦਾਸਾਂ ਕੋਲੋਂ ਪ੍ਰੇਅਰ ਕਰਾਉਂਦੇ ਸੀ, ਆਪ ਵੀ ਪ੍ਰੇਅਰ ਕਰਦੇ ਸੀ ਕਿ ਪ੍ਰਭੂ ਜੀ ਤੁਸੀਂ ਸਭ ਕੁਝ ਕਰ ਸਕਦੇ ਹੋ। ਇਸ ਵਾਰੀ ਤੇ ਸਾਡੇ 20,000 ਰੁਪਏ ਬਚਿਆ ਤੇ ਉਹ ਵੀ ਇਹ ਕੱਟ ਲੈਣਗੇ।
ਹਾਲੇਲੂਇਆ 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 ਤਾਰੀਫ ਬਾਤ ਚ। ਸਭ ਤੋਂ ਪਹਿਲਾਂ ਮੇਰੀ ਇੱਕ ਧਿਆਨ ਦੇ ਕੇ ਗੱਲ ਸੁਣੋ। ਜਿੰਨੇ ਲੋਕ ਹੀਟਰ ਲਾਉਂਦੇ ਨੇ ਆਪਣੇ ਘਰਾਂ 'ਚ, ਹੀਟਰ ਜਿਹਨੇ ਜਿਹਨਾਂ ਨੂੰ ਸੁਣ ਲਿਆ, ਹੀਟਰ ਲਾਉਂਦੇ ਜਿਹੜੇ, ਹੁਣ ਹੀਟਰ ਲਾਇਆ ਇਹਨਾਂ ਨੇ, ਜੁਰਮਾਨਾ ਪਿਆ। ਪਹਿਲੇ ਨੰਬਰ ਤੇ ਆਪਣੀ ਕੀ, ਸਾਰੇ ਬੋਲੋ ਆਪਣੀ ਕੀ, ਆਪਣੀ ਗਲਤੀ ਕਰਕੇ ਪ੍ਰੇਅਰ ਨਹੀਂ ਕਰਵਾਉਣੀ ਵੀ ਪਾਸਟਰ ਦੀ ਗਲਤੀ ਹੈ ਕਿ ਹੁਣ ਪ੍ਰੇਅਰ ਕਰ ਦੋ। ਕੰਮ ਕਰਨ ਤੋਂ ਪਹਿਲੇ ਸੋਚਣਾ ਵੀ ਕਰਨ ਕੀ ਲੱਗੇ ਤੇ ਬਾਅਦ 'ਚ ਪ੍ਰਭੂ ਨੂੰ ਕਿੱਧਰ ਵਾੜਨ ਲੱਗੇ ਆ। ਇਹ ਸਾਡੀ ਮਾਂ ਹੀ ਬਹੁਤ ਰਿਸਪੈਕਟ ਕਰਦੇ ਇਹਨਾਂ ਦੀ। ਤੇ ਮੈਂ ਦੱਸਣਾ ਚਾਹੁੰਦਾ ਕਿ ਜੇ ਹੀਟਰ ਲਾਉਣਾ ਤਾਂ ਸਿੱਧਾ ਮੀਟਰ 'ਚ ਲਾਇਆ ਕਰੋ, ਕੁੰਡੀ ਦੇ ਨਾਲ ਲਾਓ ਜਿੰਨੇ ਲੋਕ ਸੁਣਦੇ ਆ। ਇੱਧਰੋਂ ਤੁਸੀਂ ਪੈਸੇ ਬਚਾਉਣੇ, ਉੱਧਰੋਂ ਹਸਪੀਟਲ 'ਚ ਦੇ ਦੇਣੇ, ਕੀ ਫਾਇਦਾ ਤੁਹਾਡਾ? ਉਹਦੇ ਨਾਲ ਚੰਗਾ ਹਸਪੀਟਲ ਹੀ ਦੇ ਦਿਓ। ਦੇਖੋ ਮੇਰੇ ਭੈਣ ਭਰਾ, ਬਾਈਬਲ ਤਾਂ ਹੀ ਬਾਰ-ਬਾਰ ਕਹਿੰਦੀ ਆ ਕਿ ਜੇ ਤੁਸੀਂ ਆਪਣੇ ਆਪ ਨੂੰ ਜਾਂਚਦੇ ਜੇ ਫਿਰ ਜਾਚੇ ਨਾ, ਕਿਉਂਕਿ ਪਹਿਲੋਂ ਜਾਚੋ ਕਿ ਮੈਂ ਗਲਤੀ ਕਰਦਾ ਤੇ ਮੈਂ ਐਵੇਂ ਪਾਸਟਰ ਨੂੰ ਕਿਉਂ ਰਗੜਨ ਡਿਆ। ਤੁਸੀਂ ਗਲਤੀ ਕਰਕੇ ਪਾਸਟਰ ਨੂੰ ਕਹੋਗੇ ਪ੍ਰੇਅਰ ਕਰ, ਪਾਸਟਰ ਵਿਚਾਰਾ ਪ੍ਰੇਅਰ ਕਰੇਗਾ ਵੀ ਮੇਰਾ ਚਰਚ ਦਾ ਮੈਂਬਰ ਨਾ ਭਾਜੇ, ਤੇ ਮੈਂਬਰ ਗੱਲ ਮੰਨੇ ਜਾਂ ਨਾ ਮੰਨੇ, ਉਸ ਤੋਂ ਬਾਅਦ ਪਾਸਟਰ 6 ਮਹੀਨੇ ਮੰਜੇ ਤੇ ਜਾਏਗਾ, ਹਾਰਟ ਦਾ ਮਰੀਜ਼ ਬਣ ਜਾਏਗਾ, ਗੋਲੀਆਂ ਖਾਏਗਾ, ਤੇ ਆਪਾਂ ਚੋਰੀ ਕਰਕੇ ਤੇ ਫਿਰ ਇੱਕ ਸਾਈਡ ਤੇ। ਸਮਝ ਲੱਗੀ ਕਿ ਨਹੀਂ ਲੱਗੀ? ਸਭ ਤੋਂ ਪਹਿਲਾਂ ਜਿੰਨੇ ਹੀਟਰ ਹੂਟਰ ਲਾਉਂਦੇ ਆ ਉਹਨਾਂ ਕਿਹੜੀ ਹੱਥ ਜੋੜ ਕੇ ਬੇਨਤੀ ਆ, ਜੇ ਆਪਣੇ ਘਰ ਬਚਾਉਣੇ ਚਾਹੁੰਦੇ ਰਹਿਣਾ ਤੇ ਤੁਸੀਂ ਗਰੀਬ ਹੀ ਆ, ਹੀਟਰ ਲਾਈ ਜਾਓ, ਤਗੜੇ ਹੋ ਗਏ ਰਹਿਣਾ, ਗਰੀਬ ਹੀ ਆ ਤੁਸੀਂ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਸਰਕਾਰ ਕੌਣ ਆ? ਇੱਧਰ ਮੇਰੇ ਧਿਆਨ ਦਿਓ। ਓਏ ਆ ਮੋਬਾਈਲ ਨੂੰ ਪੰਗੇ ਲੈਣ ਦੇ ਯਾਰ, ਲਾ ਕੇ ਤੁਹਾਡੇ ਇਹਨਾਂ ਦਾ ਵੀ ਧਿਆਨ ਰੱਖੋ। ਹਾਲੇਲੂਇਆ। ਸਰਕਾਰ ਕੌਣ ਆ? ਤੁਹਾਨੂੰ ਇਹ ਪਤਾ ਸਰਕਾਰ ਕੌਣ ਆ? ਸਰਕਾਰ ਤੁਸੀਂ ਜੇ ਤੁਸੀਂ ਆਪਣੇ ਦੇਸ਼ ਨੂੰ ਚੋਰੀ ਕਰੋਗੇ ਤੇ ਤੁਹਾਡਾ ਦੇਸ਼ ਕਦੀ ਵੀ ਤਰੱਕੀ ਕੀ ਆ? ਕਿ ਖੁਦ ਚੋਰ ਬਣੇ ਜੇ। ਮੇਰੇ ਭੈਣ ਭਰਾਓ ਵੇਖੋ, ਸਾਡੇ ਚੱਲਦਾ ਸਾਰਾ ਕੁਝ, ਅਸੀਂ ਕਦੀ ਮੀਟਰ ਨਹੀਂ ਜਾ ਕੇ ਚੈੱਕ ਕੀਤਾ। ਜਦੋਂ ਦੇ ਡੈਡੀ ਬਿਮਾਰ ਹੋਏ ਲਗਾਤਾਰ ਏਸੀ ਸਾਡਾ ਰਾਤ ਦਿਨ ਚੱਲਦਾ। ਬਿੱਲ ਦੇਣਾ ਵੇਖੋ ਤੁਹਾਡੇ ਹੁੰਦਿਆਂ ਦੇਣਾ ਵਾ, ਕਿਉਂਕਿ ਬਾਈਬਲ 'ਚ ਲਿਖਿਆ ਜਿੰਨੇ ਮੈਨੂੰ ਤੱਕਦੇ ਕਦੀ ਵੀ ਸ਼ਰਮਿੰਦੇ, ਤੇ ਇੱਕੋ ਪਵਿੱਤਰਤਾ ਹੀ ਤੁਹਾਡੀ ਚੋਰੀ ਦੀ ਤੁਹਾਨੂੰ ਉਸ ਲੈਵਲ ਤੇ ਲੈ ਜਾਏਗੀ, ਤੁਸੀਂ ਵੇਖੋਗੇ ਤੁਹਾਡਾ ਬਣਿਆ ਕੀ ਆ। ਆਪਾਂ ਅੱਜ ਕਹਿੰਦੇ ਪ੍ਰਭੂ ਸਾਡੀ ਗੱਲ ਨਹੀਂ ਸੁਣਦਾ, ਪ੍ਰਭੂ ਸਾਡੇ ਠੀਕ ਨਹੀਂ ਹੁੰਦੇ, ਪ੍ਰਭੂ ਕੰਮ ਨਹੀਂ ਕਰਦਾ। ਪਹਿਲੇ ਚੋਰੀ ਤੇ ਬੰਦ ਕਰ ਦਈਏ ਕਿ ਪ੍ਰਭੂ ਵੀ ਚੋਰ ਆ। ਬੋਲੋ ਪ੍ਰਭੂ ਚੋਰ ਤੇ ਨਹੀਂ, ਬਸ ਫਿਰ ਚੋਰ ਹੈਗਾ ਜੇ ਸ਼ੈਤਾਨ, ਤੇ ਤੁਸੀਂ ਮੰਨਣ ਦੇ ਜੇ ਦੁਸ਼ਟ ਦੀ ਗੱਲ, ਤੇ ਦੁਸ਼ਟ ਦੀ ਮੰਨ ਕੇ ਤੁਹਾਨੂੰ ਕੀ ਮਿਲਣਾ? ਉਹਦੇ ਖੁਦ ਨਰਕਾਂ 'ਚ ਜਾਣਾ ਤੇ ਤੁਹਾਨੂੰ ਵੀ ਤਾਂ ਉੱਧਰ ਹੀ ਖੜਨਾ ਉਹਨੇ। ਆਪਣੇ ਘਰ 'ਚ ਸਿਲੰਡਰ ਭਰਾਓ, ਨਹੀਂ ਭਰਾਏ ਜਾਂਦੇ, ਪਾਥੀਆਂ ਦੇ ਗੋਹੇ ਲਓ, ਪਾਥੀਆਂ ਬਾਲੋ, ਹੀਟਰ ਹੂਟਰ ਬੰਦ ਕਰ ਦੋ, ਤੋੜ ਦੋ, ਕੱਢ ਕੇ ਬਾਹਰ ਪਾਪ ਨੂੰ ਕੱਢੋ ਆਪਣੇ ਘਰਾਂ 'ਚੋਂ। ਤੁਸੀਂ ਚਾਹੁੰਦੇ ਸਾਡਾ ਘਰ ਪ੍ਰਭੂ ਬਿਮਾਰੀ ਠੀਕ ਹੋ ਜਾਏ, ਬਿਮਾਰੀ ਕਿੱਥੋਂ ਠੀਕ ਹੋਈ? ਡਾਕਟਰਾਂ ਨੂੰ ਦਿਆ ਕਰੋ, ਪੈਸੇ ਤਕੜੇ ਹੋ ਗਏ। ਹੁਣ ਮੰਨ ਲਓ ਇਹਨਾਂ ਨੇ ਗਵਾਹੀ ਦਿੱਤੀ ਆ ਕਿ ਇਹਨਾਂ ਦੇ ਬੇਟੇ ਨੇ ਹੀਟਰ ਲਾਇਆ, 20,000 ਰੁਪਇਆ ਜੁਰਮਾਨਾ ਪਾਤਾ। ਪਹਿਲੇ ਨੰਬਰ ਤੇ ਹੀਟਰ ਲਾਉਣਾ ਨਹੀਂ ਚਾਹੀਦਾ, ਸਭ ਤੋਂ ਵੱਡੀ ਗਲਤੀ ਇਹ ਆ। ਹੁਣ ਉਸ ਤੋਂ ਬਾਅਦ ਗਲਤੀ ਕੀਤੀ, ਉਹਨੇ ਜੁਰਮਾਨਾ ਪਾਇਆ, ਫਿਰ ਆਪਾਂ ਕਹਿੰਦੇ ਪ੍ਰਭੂ ਹੁਣ ਸਾਨੂੰ ਇਸ ਕੰਮ 'ਚੋਂ ਬਾਹਰ ਕਢਾ। ਪਹਿਲੇ ਕਰਨ ਲੱਗੇ ਵੀ ਤੇ ਆਪਾਂ ਨੂੰ ਸੋਚਣਾ ਚਾਹੀਦਾ ਕਿ ਨਹੀਂ? ਹਾਲੇਲੂਇਆ, ਚਾਹੀਦਾ ਕਿ ਨਹੀਂ? ਇੱਧਰ ਫਾਇਰ ਆ ਜੇ, ਪ੍ਰਭੂ ਕਹਿੰਦਾ ਹੀਟਰ ਛੱਡ, ਹੈ ਚੋਰੀ ਛੱਡ, ਘਰ ਵਾਲੇ ਨੂੰ ਗਾਲਾਂ ਕੱਢਣੀਆਂ ਛੱਡ, ਮੈਂ ਫਾਇਰ ਭੇਜਦਾ। ਪ੍ਰਭੂ ਵੀ ਕਹਿੰਦਾ ਤੂੰ ਵੀ ਛੱਡ, ਤੇ ਮੈਂ ਵੀ ਫਾਇਰ ਕੀ ਕਰਾਂਗਾ? ਤੁਸੀਂ ਕਹਿੰਦੇ ਪ੍ਰਭੂ ਮੈਂ ਹੀਟਰ ਨਹੀਂ ਛੱਡਣਾ, ਪ੍ਰਭੂ ਨੇ ਕਹਿਣਾ ਮੈਂ ਬਿਮਾਰੀ ਨਹੀਂ ਫਿਰ ਛੱਡਣੀ, ਕਿਉਂਕਿ ਪਾਪ ਦੀ ਮਜ਼ਦੂਰੀ ਕੀ ਆ? ਇਹਨੂੰ ਸਮਝ ਲਓ। ਜਾਓ ਵੱਡੀਆਂ ਮੰਡਲੀਆਂ 'ਚ ਜਾਣ ਦੀ ਲੋੜ ਨਹੀਂ ਹੈ, ਤੇ 4 ਲੋਕ ਏਦਾਂ ਚੁਟਕੀ ਨਾਲ ਠੀਕ ਹੋਣਗੇ। ਮੈਂ ਥੋੜੀ ਕਰਨਾ, ਕਿਉਂਕਿ ਤੁਹਾਡਾ ਕਰੈਕਟਰ ਹੀ ਤੁਹਾਨੂੰ ਚੰਗਾ ਕਰੇਗਾ। ਕੁਛ ਨਹੀਂ ਹੁੰਦਾ, ਬਿੱਲ ਦਿਆ ਕਰੋ, ਬਿੱਲ ਤਾਰਿਆ ਕਰੋ, ਕੁਛ ਨਹੀਂ ਹੁੰਦਾ। ਕਿਉਂਕਿ ਰੱਬ ਦੇ ਘਰ ਜਦੋਂ ਦਓਗੇ, ਖੁਦਾ ਦੇ ਘਰ 'ਚ ਵੀ ਸਰਫੇ ਨਾ ਤੁਸੀਂ ਦਿੰਦੇ ਨੇ। ਹਾਏ ਹੁਣ ਸਾਰੀ ਕਮੇਟੀ ਪਾਸਟਰ ਨੂੰ ਦੇ ਦਈਏ, ਤੇ ਬੰਦਾ ਪੁੱਛਿਆ ਇੰਨਾ ਕੁਝ ਲੱਗਾ ਭਾਈ, ਇਹਦਾ ਵੀ ਤੇ ਖਰਚਾ ਆਉਂਦਾ ਕਿ ਨਹੀਂ ਆਉਂਦਾ? ਹੁਣ ਰੈਡੀ ਹੋ ਜਾਓ, ਜ਼ਮੀਨ ਲੈਣੀ ਆ, 20,000 ਰੁਪਇਆ ਮੈਂ ਲੈਣਾ ਸਾਰੇ ਘਰਾਂ ਕੋ। 20 ਵੀ ਲੈ ਸਕਦਾ, 50 ਵੀ ਲੈ ਸਕਦਾ, ਕਿਉਂਕਿ ਇੱਥੇ ਮਜ਼ੇ ਨਾਲ ਬਹਿਣਾ ਤੇ ਕੁਰਸੀਆਂ ਲਾਵਾਂਗੇ ਜਰਾ ਵਧੀਆ। ਸਭ ਰੈਡੀ ਹੋ ਜਾਓ, 50,000 ਵਾਲੇ ਲੈਣ ਵੱਖਰੀ ਬਣੇਗੀ, 20 ਵਾਲੇ ਦੀ 20 ਤੋਂ ਥੱਲੇ ਨਹੀਂ ਜਾਵਾਂਗੇ। ਕਿਉਂਕਿ ਵੇਖੋ ਜ਼ਮੀਨ ਲੈਣੀ ਆ ਤਾਂ ਬੀਜ ਵੀ ਫਿਰ ਵੱਡਾ ਦੇ ਦਿੰਦੀ ਕੀ ਆ? ਬਿਮਾਰੀ ਵੱਡੀ ਚੰਗੀ ਹੁੰਦੀ ਕਿ ਨਹੀਂ? ਬੋਲੋ। ਤੇ ਫਿਰ ਬੀਜ ਕਿੱਡਾ ਨਾ ਹੋਣਾ ਚਾਹੀਦਾ? 5 ਰੁਪਏ ਆਂਦਾ 2, ਤੇ ਰਾਹ 'ਚ ਬਹਿ ਕੇ ਕੀ ਕਰ? ਤੁਸੀਂ ਬੋਲੋ ਲੀਲਾ 2, ਤੇ ਰਾਹ 'ਚ ਬਹਿ ਕੇ ਕੀ ਕਰ? ਇੱਥੇ 2 ਰੁਪਏ ਨਾਲ ਨਹੀਂ ਗੱਲ ਬਣਨੀ, ਲੱਖਾਂ ਹਜ਼ਾਰਾਂ ਬੀਜਣੇ ਹੁਣ ਆਪਾਂ। ਵੱਡੀ ਜ਼ਮੀਨ ਚਾਹੀਦੀ, ਵੱਡਾ ਸਿਸਟਮ ਚਾਹੀਦਾ, ਕਿਉਂਕਿ ਕਰਨਾ ਚਰਚ ਨੇ, ਮੈਂ ਵੀ ਨਾਲ ਹੀ ਆ। ਆਪਾਂ ਜਦੋਂ ਬੀਜ ਦੇਵਾਂਗੇ, ਆਪਾਂ ਵੱਡੀ ਗਵਾਹੀ 'ਚ ਵੱਡਾ ਬੀਜ ਦੋਗੇ ਤੇ ਬਰਕਤ ਵੀ ਕੀ ਮਿਲੇਗੀ? ਆਮੀਨ।
ਹੁਣ ਇਹਨਾਂ ਨੂੰ ਖੁਦਾ ਨੇ ਆਜ਼ਾਦ ਕੀਤਾ। ਹੁਣ ਇਹਨਾਂ ਲਈ ਇੱਕ ਹਦਾਇਤ ਆ, ਅੱਗੇ ਤੋਂ ਇਹ ਕੰਮ ਕੀ ਆ, ਅੱਗੇ ਤੋਂ ਮੇਰੇ ਵੱਲ ਧਿਆਨ ਦਿਓ, ਅੱਗੇ ਤੋਂ ਇਹ ਗਲਤੀ ਜੇ ਗਲਤੀ ਕੀਤੀ ਤੇ ਅੱਗੇ ਤੋਂ ਪ੍ਰੇਅਰ ਵੀ ਨਹੀਂ ਹੋਏਗੀ। ਪ੍ਰੇਅਰ ਕਰਾਂਗੇ ਆਪਾਂ ਬਿਮਾਰੀਆਂ ਲਈ। ਜੇ ਕਿਨੇ ਭੱਠੀ ਫੜੀ ਗਈ ਕਿਹਦੀ ਤੇ ਉਹਦੀ ਕੋਈ ਪ੍ਰੇਅਰ ਨਹੀਂ, ਚਿੱਟੇ ਪਾਊਡਰ 'ਚ ਫੜਿਆ ਗਿਆ ਕੋਈ ਪ੍ਰੇਅਰ ਨਹੀਂ, ਕਿਉਂਕਿ ਪਹਿਲਾਂ ਹੀ ਬੰਦਾ ਗਲਤ ਹੈ ਤਾਂ ਉਹਦੀ ਕਿਉਂ ਪ੍ਰੇਅਰ ਕਰੀਏ ਆਪਾਂ? ਕਿਉਂ ਵੀ ਪ੍ਰੇਅਰ ਕਰਾਂਗੇ ਉਹਨਾਂ ਦੀ, ਜਿਹੜਾ ਕੋਈ ਵਿਚਾਰਾ ਬਿਮਾਰ ਆ, ਕੋਈ ਪ੍ਰੋਬਲਮ 'ਚ ਆ, ਕੋਈ ਕਰਜ਼ੇ ਥੱਲੇ ਆ, ਕਿਉਂਕਿ ਉਹਦੇ ਵਿਚਾਰਾ ਬਿਮਾਰੀ ਨਾਲ ਫਸ ਗਿਆ, ਉਹਦੇ ਘਰ 'ਚ ਬਿਮਾਰੀ ਪੈ ਗਈ ਤਾਂ ਕਰਜ਼ੇ ਥੱਲੇ ਆ ਗਿਆ। ਤੇ ਜਿਹੜਾ ਚਿੱਟਾ ਪਾਊਡਰ ਵੇਚਦਾ ਫੜੇਗਾ ਹੁਣ ਬਸਤੀ ਕਢਾਓ ਜੇਲ੍ਹ 'ਚੋਂ। ਇਹ ਪਾਸਟਰ ਦਾ ਕੰਮ ਆ। ਬੋਲੋ ਬਸ। ਫਿਰ ਆਪਣੀਆਂ ਗਲਤੀਆਂ ਨੂੰ ਸੋਚੋਗੇ ਨਾ ਵੀ ਫਿਰ ਪਾਸਟਰ ਨੂੰ ਕਦੀ ਨਹੀਂ ਕਹੋਗੇ। ਹਾਂਜੀ ਹਾਂਜੀ, ਨੈਕਸਟ। ਹਾਂ ਦੂਸਰੀ ਗਵਾਹੀ ਇਹਨਾਂ ਦੇ ਜੀਵਨ ਦੀ ਇਹ ਆ, ਰੁਕ ਜਾ ਕਿ ਜਦ ਇਹ ਸਵੇਰੇ ਘਰ ਤੋਂ ਆਏ ਸੀ ਔਰ ਵਰਸ਼ਿਪ ਕਰ ਰਹੇ ਸੀ, ਵਰਸ਼ਿਪ ਦੇ ਦੌਰਾਨ ਜਦ ਪ੍ਰਭੂ ਦੇ ਦਾਸ ਬਿਮਾਰੀਆਂ ਨੂੰ ਡਾਂਟ ਰਹੇ ਸੀ ਔਰ ਇਹਨਾਂ ਨੂੰ ਘਬਰਾਹਟ ਬਹੁਤ ਜ਼ਿਆਦਾ ਹੋ ਰਹੀ ਸੀ, ਇਹਨਾਂ ਦਾ ਗਲਾ ਜਿਹੜਾ ਬਹੁਤ ਸੁੱਕ ਰਿਹਾ ਸੀ। ਉਸੇ ਵਕਤ ਜਦ ਪ੍ਰਭੂ ਦੇ ਜਿਹਨੇ ਦਾਸਾਂ ਨੇ ਬਿਮਾਰੀਆਂ ਨੂੰ ਡਾਟਿਆ, ਇਹਨਾਂ ਰਿਸੀਵ ਕੀਤਾ, ਪ੍ਰਭੂ ਦੀ ਆਤਮਾ ਨੇ ਇਹਨਾਂ ਨੂੰ ਛੂਇਆ, ਜੁਮਸ ਕੀਤਾ ਔਰ ਇਹਨਾਂ ਨੂੰ ਘਬਰਾਹਟ ਤੋਂ ਔਰ ਮੂੰਹ ਸੁੱਕਣ ਦੀ ਪ੍ਰੋਬਲਮ ਤੋਂ ਆਜ਼ਾਦ ਕੀਤਾ। ਹੁਣ ਬਿਲਕੁਲ ਫ੍ਰੀ ਹਨ, ਨਾ ਤਾਂ ਮੂੰਹ ਸੁੱਕ ਰਿਹਾ ਨਾ ਹੀ ਘਬਰਾਹਟ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ, ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ। ਹੀਟਰ ਨਹੀਂ ਲਾਉਣਾ, ਮੈਂ ਭੰਗੜੇ ਨੂੰ ਪਸੰਦ ਨਹੀਂ ਜੇ ਕਰ ਰਹਾ ਤਾਂ। ਜਿਨ੍ਹਾਂ ਦਾ ਘਰਾਂ 'ਚ ਹੀਟਰ ਲੱਗਦਾ ਸਹੀ ਗੱਲ ਜੇ ਬਚੋ। ਹਾਲੇਲੂਇਆ 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 ਹਾਲੇਲੂਇਆ। ਇਹ ਵੀ ਨਾਲ ਬੋਲ ਦੋ, ਇਹ ਵੀ ਬੋਲ ਦੋ ਵੀ ਕਾਹਦੋਂ ਹੀਟਰ ਨਹੀਂ ਲਾਉਣਾ। ਹਾਂ ਨਹੀਂ ਲਾਉਂਦੇ ਇਹਨਾਂ ਨੇ, ਤੁਸੀਂ ਵੀ ਨਹੀਂ ਲਾਉਣਾ। ਨਹੀਂ ਤੁਸੀਂ ਤੇ ਨਹੀਂ ਲਾਓਗੇ, ਹੁਣ ਤੁਹਾਨੂੰ 20,000 ਪੈ ਗਿਆ, ਹੁਣ ਤੁਸੀਂ ਥੋੜੀ ਲਾਉਣਾ। ਇਹ ਲਾਉਣਗੇ, ਇਹਨਾਂ ਨੂੰ ਨਾ ਪੈ ਜਾਏ ਵਿਚਾਰਿਆਂ ਨੂੰ 20,000 ਕਿਤੇ। ਹਾਲੇਲੂਇਆ। ਮੇਰੇ ਭੈਣ ਭਰਾਓ ਗੁੱਸਾ ਨਾ ਕਰਿਓ। ਪ੍ਰਭੂ ਜਿਹੜਾ ਨਾ ਮੈਚ ਨਹੀਂ ਹੁੰਦਾ ਕਹਿਣਾ। ਸ਼ੈਤਾਨ ਪੁੱਠੇ ਲੀੜੇ ਪਾ ਸਕਦਾ, ਸ਼ਰਾਬ ਵਾਲਾ ਦਾਨ ਲੈ ਸਕਦਾ, ਚਿੱਟੇ ਵਾਲਾ ਲੈ ਸਕਦਾ, ਪਰ ਪ੍ਰਭੂ ਯਿਸੂ ਇਹੋ ਜਿਹੇ ਦਾਨ ਨੂੰ ਕਦੀ ਵੀ ਪਸੰਦ ਕੀਤਾ ਉਹ ਨਹੀਂ ਪਸੰਦ ਕਰਦਾ। ਤਾਂ ਚੱਲ ਗੈਟ ਆਊਟ ਹੋ ਜਾ, ਇੱਥੋਂ ਚੁੱਕ ਤੇ ਭੱਜ ਜਾ, ਤੂੰ ਮੇਰੇ ਘਰ ਨਾ ਵੜੀ। ਪਿਆਰੀ ਇਹਨਾਂ ਦਾ ਪਿੰਡ ਇਹੀ ਨਾਗ ਕਲਾਂ। ਇਹਨਾਂ ਦੇ ਜੀਵਨ ਦੀ ਗਵਾਹੀ ਕਿ 15 ਦਿਨ ਹੋ ਗਏ ਇਹਨਾਂ ਦੀ ਪਿੱਠ ਦੇ ਵਿੱਚ ਕਾਫੀ ਵੱਡਾ ਜਿਹੜਾ ਗੜ ਹੋਇਆ ਸੀ, ਨਾ ਤਾਂ ਇਹਨਾਂ ਕੋਲ ਬੈਠਾ ਜਾਂਦਾ ਸੀ, ਲੰਮੇ ਹੀ ਪਏ ਰਹਿੰਦੇ ਸੀ ਔਰ ਬਹੁਤ ਜ਼ਿਆਦਾ ਪ੍ਰੋਬਲਮ ਸੀ। ਲਗਾਤਾਰ ਦਵਾਈ ਲੈ ਰਹੇ ਸੀ ਪਰ ਇਹਨਾਂ ਦੀ ਪ੍ਰੋਬਲਮ ਜਿਹੜੀ ਬਹੁਤ ਸਾਰੀ ਸੀ, ਬਿਲਕੁਲ ਇਹਨਾਂ ਨੂੰ ਦਰਦ ਬਹੁਤ ਹੁੰਦੀ ਸੀ, ਬਿਲਕੁਲ ਬੈਠਾ ਨਹੀਂ ਸੀ ਜਾਂਦਾ। ਜਦ ਅੱਜ ਵਰਸ਼ਿਪ ਦੇ ਦੌਰਾਨ ਪ੍ਰਭੂ ਦੇ ਦਾਸ ਬਿਮਾਰੀਆਂ ਨੂੰ ਡਾਂਟ ਰਹੇ ਸੀ, ਇਹਨਾਂ ਰਿਸੀਵ ਕੀਤਾ ਔਰ ਜੋ 15 ਦਿਨਾਂ ਤੋਂ ਇਹਨਾਂ ਦੇ ਗੜ ਹੋਇਆ ਸੀ, ਪ੍ਰਭੂ ਜੀ ਨੇ ਉਸ ਗੜ ਤੋਂ ਇਹਨਾਂ ਨੂੰ ਛੁਟਕਾਰਾ ਦਿੱਤਾ। ਅੱਜ ਬੈਠਣ ਉੱਠਣ 'ਚ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਜਿੱਥੇ 15 ਦਿਨ ਤੋਂ ਲੰਮੇ ਹੀ ਪਏ ਰਹਿੰਦੇ ਸੀ, ਬੈਠ ਨਹੀਂ ਸੀ ਸਕਦੇ, ਅੱਜ ਕੋਈ ਪ੍ਰੋਬਲਮ ਨਹੀਂ, ਬਿਲਕੁਲ ਆਜ਼ਾਦ ਔਰ ਫ੍ਰੀ ਹੋ ਚੁੱਕੇ ਹਨ। ਗੜ ਬਿਲਕੁਲ ਫਿਸ ਚੁੱਕਾ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ, ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ। ਆਮੀਨ। ਮੈਂ ਯਿਸੂ ਵਿੱਚ ਜਿੰਦਾ ਹਾਂ, ਮਰ ਕੇ ਵੀ ਨਹੀਂ ਹੋਇਆ। ਮੈਂ ਯਿਸੂ ਵਿੱਚ ਜਿੰਦਾ ਹਾਂ, ਮਰ ਕੇ ਵੀ ਨਹੀਂ ਹੋਇਆ। ਹੁਕਮ ਦਾ ਜਾਨ ਦੇ ਸੁਣੇ, ਜਾਵੇ ਨਾ ਕਿਸੇ ਤੋਂ ਕੋਇਆ। ਹੁਕਮ ਦਾ ਜਾਨ ਦੇ ਸੁਣੇ, ਜਾਵੇ ਨਾ ਕਿਸੇ ਤੋਂ ਕੋਇਆ। ਯਿਸੂ ਦਾ ਨਾਮ ਹੈ, ਯਿਸੂ ਦਾ ਨਾਮ ਹੈ। ਹਾਲੇਲੂਇਆ। ਕਿਹੜਾ ਲੋਕਾਂ ਨੂੰ ਸਮਝ ਆਈ ਆ? ਗੜਾਂ ਤੋਂ ਛੁਟਕਾਰਾ। ਤਾਰੀਫ ਕਰੋ ਵੇਖੋ ਨਾਗਾਂ ਨੂੰ ਟਾਈਮ ਸਿਰ ਆ ਕਰੋ ਜੇ ਬਿਮਾਰੀਆਂ ਚੰਗੇ ਹੋ ਜਾਂਦੇ। ਮੋਢੇ ਡਾਕਟਰ ਦੀ ਦੁਕਾਨ ਛੱਡ ਦੋ, ਹਸਪੀਟਲ ਛੱਡ ਦੋ, ਫਰੀਦ ਦਾ ਚਰਚ ਆਇਆ ਕਰੋ, ਚੰਗੇ ਰਹੋਗੇ। ਹੀਟਰ ਬੰਦ ਕਰੋ, ਛੇਤੀ ਚੰਗੇ ਹੋਗੇ। ਹਾਂਜੀ ਹਾਂਜੀ। ਸਿਸਟਰ ਦਾ ਨਾਮ ਕਵਲ, ਪਿੰਡ ਨਾਗ ਕਲਾਂ। ਸਿਸਟਰ ਦੀ ਗਵਾਹੀ ਕਿ 1 ਮਹੀਨੇ ਤੋਂ ਇਹਨਾਂ ਦੇ ਪੇਟ ਦੇ ਵਿੱਚ ਬਹੁਤ ਦਰਦ ਰਹਿੰਦੀ ਸੀ। ਸਿਸਟਰ ਨੇ ਬਹੁਤ ਦਰਦ ਰਹਿੰਦੀ ਸੀ। 6ਵੇਂ ਮਹੀਨੇ ਦੀ 26 ਤਰੀਕ
ਫੜ ਨੀਲੂ, 2 ਜਣੇ ਕੁੜੀਆਂ ਵੇਲੇ ਪਿੱਛੇ ਫੇਰ ਬੈ 6 ਮਹੀਨੇ ਦੀ ਗਈਆਂ। ਕੋਈ ਅੱਗੇ ਆ ਜਾ ਕਰੋ, ਤੁਹਾਨੂੰ ਪਤਾ ਹੁੰਦਾ। 26 ਤਰੀਕ ਨੂੰ ਇਹਨਾਂ ਨੇ ਆਪਣਾ ਅਲਟਰਾਸਾਊਂਡ ਕਰਵਾਇਆ ਸੀ, ਜਿਹਦੇ ਵਿੱਚ ਅਲਟਰਾਸਾਊਂਡ 'ਚ ਆਇਆ ਸੀ ਕਿ ਇਹਨਾਂ ਦੇ ਪਿੱਤੇ ਦੇ ਵਿੱਚ ਜਿਹੜੇ ਆ ਮਾਸ ਵੱਧ ਚੁੱਕਾ ਆ। ਉਹ ਫਿਰ ਲਗਾਤਾਰ ਜਦ 2 ਸੰਡੇ ਪਹਿਲਾਂ ਇੱਕ ਸੈਕਿੰਡ। ਇਸ ਜਗ੍ਹਾ ਤੇ ਉੱਧਰ ਮੀਟਿੰਗ ਹੋ ਬਾਅਦ ਰਹੀ ਚ ਸੀ। ਕਰਾਂਗੇ। ਪ੍ਰਭੂ ਦੇ ਦਾਸ ਬਾਅਦ ਚ। ਬਿਮਾਰੀਆਂ ਨੂੰ ਡਾਂਟ ਰਹੇ ਸੀ ਔਰ ਦਾਸ ਘੋਸ਼ਣਾ ਕਰ ਰਹੇ ਸੀ ਕਿ ਤੁਹਾਡੇ ਟੈਸਟ ਰਿਪੋਰਟਾਂ ਨਾਰਮਲ ਹੋਣ ਵਾਸਤੇ ਜਾ ਰਹੇ ਨੇ। ਬਹੁਤ ਹੀ ਵਿਸ਼ਵਾਸ ਦੇ ਨਾਲ ਰਿਸੀਵ ਕੀਤਾ, ਇਹਨਾਂ ਸੰਡੇ ਰਿਸੀਵ ਕੀਤਾ ਔਰ ਸ਼ੁੱਕਰਵਾਰ ਨੂੰ ਜਾ ਕੇ ਦੁਬਾਰਾ ਆਪਣਾ ਸਿਟੀ ਸਕੈਨ ਕਰਵਾਇਆ। ਹਾਲੇਲੂਇਆ। ਕਿੰਨੇ ਲੋਕ ਸੀਰੀਅਸ ਹੈ ਜਗ੍ਹਾ ਦੇ? ਜਦ ਸੰਡੇ ਇਹਨਾਂ ਰਿਸੀਵ ਕਿੰਨੇ ਕੀਤਾ, ਸੁਣੋ ਕਿੰਨੇ ਭੱਜਣ ਨੂੰ ਫਿਰਨ ਦੇ? ਘਰ ਨੂੰ ਛੇਤੀ ਕਰਦੇ, ਛੇਤੀ ਕਰਦੇ, ਜਾ ਕੇ ਜਾਓ ਘਰ। ਕਿੱਡੀ ਤਗੜੀ ਗਵਾਹੀ ਆ। ਪਿੱਤੇ ਦੇ ਵਿੱਚ ਪੱਥਰੀ, ਪਿੱਤਰਾ ਕੀ ਹੋ ਚੁੱਕਾ ਹੀ? ਪੱਥਰੀ ਨਹੀਂ ਸੀ, ਮਾਸ ਵਧਿਆ ਸੀ। ਪਿੱਤੇ ਦਾ ਮਾਸ ਵਧਿਆ। ਹਾਂਜੀ, ਉਸ ਲੀਵਰ ਤੋਂ ਦਾ, ਬਾਅਦ ਲੀਵਰ ਪਿੱਤੇ ਦੀ ਜਿਹੜੀ ਲੀਵਰ ਹੁੰਦਾ ਦਾ ਮਾਸ ਜਿਹੜਾ ਉਹਦੇ ਵਿੱਚ ਵੱਧ ਗਿਆ ਸੀ। ਪਿੱਤੇ ਦਾ ਕਿ ਲੀਵਰ ਦਾ? ਲੀਵਰ ਦਾ। ਪਹਿਲੇ ਪਿੱਤੇ ਦੀ ਆਵਾਜ਼ ਆਈ ਆਂਦੀ ਨਾ, ਕਿੰਨੇ ਲੋਕਾਂ ਨੇ ਸੁਣਿਆ? ਨਹੀਂ, ਲੀਵਰ ਬੋਲਿਆ ਮੈਂ ਸਮਝ ਪਿੱਤਾ, ਚਲੋ ਸੌਰੀ। ਲੀਵਰ ਦੇ ਵਿੱਚ ਜਿਹੜੀ ਸੀ ਸੋਜ ਮਾਸ ਵਧਿਆ ਸੀ ਤੇ 6ਵੇਂ ਮਹੀਨੇ ਦੀ 26 ਤਰੀਕ ਨੂੰ ਇਹਨਾਂ ਅਲਟਰਾਸਾਊਂਡ ਬਿਲਕੁਲ ਸਿੱਧੀ ਕਰੋ। ਜਿਹਦੇ 'ਚ ਮਾਸ ਵਧਿਆ ਆਇਆ ਸੀ ਲੀਵਰ ਦੇ ਵਿੱਚ। ਐ ਸਿਟੀ ਸਕੈਨ, ਐ ਕੀ ਹੈ? ਸਿਟੀ ਸਕੈਨ ਇਹ ਕਰਾ। ਸਿਟੀ ਸਕੈਨ ਦੁਬਾਰਾ ਜਦ ਇਹਨਾਂ ਘੋਸ਼ਣਾ ਨੂੰ ਰਿਸੀਵ ਕੀਤਾ ਕਿ ਤੁਹਾਡੀਆਂ ਟੈਸਟ ਰਿਪੋਰਟਾਂ ਜਿਹੜੀਆਂ ਨਾਰਮਲ ਹੋਣ ਵਾਸਤੇ ਜਾ ਰਹੀਆਂ, ਸੰਡੇ ਨਾਲ ਰਿਸੀਵ ਕੀਤਾ। ਸ਼ੁੱਕਰਵਾਰ ਨੂੰ ਜਾ ਕੇ ਇੱਕ ਫਿਰ ਆਪਣਾ ਸੈਕਿੰਡ, ਸਿਟੀ ਓਏ ਗਿਟਾਰ ਵਾਲਿਆ ਰੁਕ ਜਾ, ਕਾਲਾ ਨਾ ਪਿਆ ਕਰ। ਹਾਂਜੀ ਹਾਂਜੀ। ਸੰਡੇ ਰਿਸੀਵ ਕੀਤਾ ਔਰ ਸ਼ੁੱਕਰਵਾਰ ਰਿਪੋਰਟਾਂ ਨੂੰ ਚੈੱਕ ਇਹਨਾਂ ਨੇ ਕਰਵਾਓ। ਆਪਣਾ ਸਿਟੀ ਸਕੈਨ ਜਿਹੜਾ ਦੁਬਾਰੇ ਕਰਵਾਇਆ ਤੇ ਜਿਹਦੀਆਂ ਟੈਸਟ ਰਿਪੋਰਟਾਂ ਜਿੱਦਾਂ ਨਾਲ ਰਿਸੀਵ ਕੀਤਾ, ਪ੍ਰਭੂ ਦੇ ਦਾਸਾਂ ਨੇ ਜਦ ਘੋਸ਼ਣਾ ਕੀਤੀ ਸੀ ਕਿ ਤੁਹਾਡੀਆਂ ਟੈਸਟ ਰਿਪੋਰਟਾਂ ਨਾਰਮਲ ਹੋਣ ਵਾਸਤੇ ਜਾ ਰਹੀਆਂ ਸੀ, ਸੋ ਨੇ ਰਿਸੀਵ ਕੀਤਾ ਔਰ ਜਾ ਕੇ ਆਪਣਾ ਸਿਟੀ ਸਕੈਨ ਕਰਵਾਇਆ। ਜਦ ਇਹਨਾਂ ਸ਼ੁੱਕਰਵਾਰ ਨੂੰ ਫਿਰ ਆਪਣਾ ਸਿਟੀ ਸਕੈਨ ਕਰਵਾਇਆ ਤਾਂ ਉਹਦੇ ਵਿੱਚ ਜੋ ਮਾਸ ਵਧਿਆ ਸੀ ਬਿਲਕੁਲ ਨਹੀਂ ਆਇਆ। ਟੈਸਟ ਰਿਪੋਰਟਾਂ ਜਿਹੜੀਆਂ ਬਿਲਕੁਲ ਨਾਰਮਲ ਆਈਆਂ। ਦਰਦ ਤੋਂ ਪ੍ਰਭੂ ਜੀ ਨੇ ਛੁਟਕਾਰਾ ਦਿੱਤਾ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ, ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ। ਆਮੀਨ। ਹਾਲੇਲੂਇਆ। ਸੁਣੋ ਧਿਆਨ ਦੇ ਕੇ ਪਹਿਲੇ, ਇਹਨਾਂ ਦੇ ਲੀਵਰ ਦੇ ਵਿੱਚ ਕੀ ਮਾਸ ਵਧਿਆ? ਮਾਸ ਵਧਿਆ ਸੀ 1 ਮਹੀਨੇ ਤੋਂ। ਅੱਛਾ, ਲੀਵਰ ਦਾ ਕੀ? ਤੁਹਾਨੂੰ ਇਹਨਾਂ ਨੂੰ ਹੁੰਦਾ ਕੀ ਹੁੰਦਾ? ਦਰਦ ਹੁੰਦੀ ਸੀ ਪੇਟ 'ਚ 1 ਮਹੀਨੇ ਤੋਂ ਲਗਾਤਾਰ ਦਰਦ ਹੁੰਦੀ ਸੀ। ਪੇਟ 'ਚ ਦਰਦ ਹੁੰਦੀ? ਹਾਂਜੀ, ਤਾਂ ਤੁਹਾਡੇ ਪੇਟ ਵਿੱਚ ਦਰਦ ਤੇ ਫਿਰ ਉਸ ਤੋਂ ਬਾਅਦ ਤੁਸੀਂ ਕਿੰਨੀ ਮੈਡੀਸਨ ਲਈ? ਬੜੀ ਖਾਦੀ ਮੈਡੀਸਨ ਵੀ ਬੜੀ ਖਾਦੀ। ਕੋਈ ਫਰਕ ਨਹੀਂ ਪਿਆ। ਜਦੋਂ ਫਿਰ ਇਹ ਜਗ੍ਹਾ ਤੇ ਕਿਦਾਂ ਤੁਸੀਂ ਮੀਟਿੰਗ ਟੈਲੀ 2 ਕੀਤੀ? ਹਫ਼ਤੇ ਪਹਿਲਾਂ 2 ਹਫ਼ਤੇ ਪਹਿਲਾਂ। ਹਾਂਜੀ। ਕੀ ਮਾਸ ਪ੍ਰੇਰ ਕੇ ਵਰਸ਼ਿਪ 'ਚ ਤੁਸੀਂ ਚੰਗੇ ਹੋਏ? ਜਦੋਂ ਤੁਸੀਂ ਵਰਸ਼ਿਪ ਕਰਦੇ ਸੀ ਉਹਦੇ ਚ ਬੋਲਿਆ ਸੀ ਕਿ ਜਿਨ੍ਹਾਂ ਦੇ ਮਤਲਬ ਮਾਸ ਵਧੇ ਆ ਤੇ ਉਹ ਜਾ ਰਹੇ ਨੇ। ਜਿਹੜੀਆਂ ਪ੍ਰੋਬਲਮਾਂ ਤੁਹਾਨੂੰ ਛੱਡ ਕੇ ਜਾ ਰਹੀਆਂ ਵਾ, ਗਿਲਟੀਆਂ, ਰਸੌਲੀਆਂ, ਪੱਥਰੀਆਂ, ਮਾਸ ਜਿੱਤੇ ਵੀ ਜੋ ਸਭ ਜਾ ਰਿਹਾ। ਟੈਸਟ ਰਿਪੋਰਟਾਂ ਨਾਰਮਲ ਹੋਣ ਵਾਸਤੇ ਜਾ ਤੁਸੀਂ ਰਹੀਆਂ। ਉਸ ਤੋਂ ਬਾਅਦ ਰਿਸੀਵ ਕੀਤਾ। ਰਿਸੀਵ ਕਰਨ ਤੋਂ ਬਾਅਦ ਫਿਰ ਤੁਸੀਂ, ਤੁਹਾਡੇ ਮਨ ਸੀ ਕਿ ਇੱਕ ਵਾਰ ਮੈਂ ਫੇਰ ਇੱਕ ਵਾਰ ਚੈੱਕ ਕਰਾ ਕੇ ਦੇਖਾਂਗੇ। ਫਿਰ ਅਸੀਂ ਕਿਹਾ ਕਿ ਸਿਟੀ ਸਕੈਨ ਕਰਵਾ ਲੈਂਦੇ ਆ। ਨਹੀਂ, ਡਾਕਟਰਾਂ ਨੇ ਕਿਹਾ ਕਿ ਤੁਸੀਂ ਆਪ ਕਿਹਾ ਸਿਟੀ ਸਕੈਨ ਕਰਾਓ। ਡਾਕਟਰਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਆਪਰੇਟ ਤੋਂ ਬਿਨਾ ਜਿਹੜਾ ਇਹ ਜਾਣਾ ਨਹੀਂਗਾ, ਆਪਰੇਟ ਕਰਨਾ ਪੈਣਾ ਵਾ। ਡਾਕਟਰ ਕਹਿੰਦੇ ਕਿ ਲੀਵਰ ਦਾ ਆਪਰੇਟ ਕਰਨਾ, ਮਤਲਬ ਕਿ ਹਾਂਜੀ, ਲੀਵਰ ਦਾ ਜਿਹੜਾ ਆਪਰੇਸ਼ਨ। ਮਾਸ ਵਧਿਆ ਉਹਨੂੰ ਕੱਟਣਾ ਵਾ ਆਪਰੇਟ ਕਰਕੇ। ਹਾਂ, ਹਾਂ। ਪਰ ਸਿਸਟਰ ਨੇ ਬੋਲਿਆ ਕਿ ਮੈਂ ਆਪਰੇਟ ਨਹੀਂ ਕਰਾਉਣਾ, ਮੈਂ ਚਰਚ ਜਾਵਾਂਗੀ ਤੇ ਮੈਂ ਚੰਗੀ ਹੋ ਜਾਵਾਂਗੀ। ਕਿੰਨੇ ਲੋਕਾਂ ਨੇ ਸੁਣਿਆ? ਜਿਸੇ ਡਾਕਟਰ ਕਿੰਨੇ ਲੋਕ ਬੋਲ ਸਕਦੇ ਆ? ਸਭ ਲੋग डॉक्टर 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 सब लोग अपने मुंह ता करो। आकाश दी और मैजिशियन गेट रेडी। सब लोग जिसे डॉक्टर सब इतना बड़ा थैंक्स करो। सब अपने हाथ खड़े करके अपना मुंह पर खड़े करके बोलो थैंक यू जीसस। सब लोग थैंक यू जीसस। सब लोग थैंक यू जीसस। बिना ऑपरेशन तो बिना चेकअप का सब लोग डॉक्टर जीसस। सब लोग मेरे चीजें सुनो। परमेश्वर कला वड्डियां मिनिस्ट्रियां च काम नहीं करता। किन्ने लोग सुनते हैं? छोटी जी गवाही आ। कान ठीक होए, अखां ठीक होइयां, किन्ने किन्ने वड्डे काम। उस तो बाद देखो सिटी स्कैन दी रिपोर्ट देख रहे। आम नहीं गल है। समझ आएगी नहीं आई? ਜਿਹੜਾ ਫੇਥ ਕਰਦਾ, ਵਿਸ਼ਵਾਸ ਕਰ ਰਿਹਾ, ਜਿੱਥੇ ਵੀ ਬੈਠਾ ਉਹ ਫ੍ਰੀ ਹੈ। ਮੈਂ ਕਿਹਾ ਫ੍ਰੀ ਆ, ਤੁਸੀਂ ਵੀ ਫ੍ਰੀ ਜੇ। ਵੇਖੋ ਸਿਟੀ ਸਕੈਨ ਦੀ ਰਿਪੋਰਟ ਤੁਸੀਂ ਦੇਖ ਸਕਦੇ, ਲੀਵਰ ਦੇ ਵਿੱਚ ਮਾਸ ਵਧਿਆ। ਪਰ ਜਦੋਂ ਪ੍ਰਭੂ ਦੇ ਦਾਸ ਨੇ ਘੋਸ਼ਣਾ ਕੀਤੀ ਜਗ੍ਹਾ ਤੋਂ ਫਾਇਰ ਪ੍ਰੇਅਰ ਕੀਤੀ ਆ, ਤਾਂ ਮੈਂ ਕਿਹਾ ਵਰਸ਼ਿਪ ਜਿਹੜੀ ਬੰਧਨਾਂ ਨੂੰ ਕੀ ਕਰਦੀ ਆ। ਔਰ ਇਹਨਾਂ ਨੇ ਚੈੱਕ ਕਰਾਇਆ। ਉਸ ਤੋਂ ਬਾਅਦ ਡਾਕਟਰ ਨੇ ਕੀ ਬੋਲਿਆ ਸਿਸਟਰ? ਬਿਲਕੁਲ ਨਾਰਮਲ ਆ। ਹੁਣ ਬਿਲਕੁਲ ਨਾਰਮਲ ਹੋ ਚੁੱਕਾ। ਕਿੱਥੇ ਜਾ ਚੁੱਕਾ ਲੀਵਰ ਦਾ ਮਾਸ? सब बोले तारीफ करो जोर दे नाल। वड्डे वड्डे काम करता। बोले एक बार वड्डे वड्डे काम कर। ਵੱਡੇ ਵੱਡੇ
ਸਾਡੇ ਵਿੱਚ ਸਾਡੇ ਵਿੱਚ ਯਿਸੂ ਦੀ ਕਮਾਈ ਵੱਡੇ ਵੱਡੇ ਕੰਮ ਕਰੀਦਾ ਵੱਡੇ ਵੱਡੇ ਕੰਮ ਕਰੀਦਾ ਯਿਸੂ ਵੱਡੇ ਵੱਡੇ ਕੰਮ ਕਰੀਦਾ ਵੱਡੇ ਵੱਡੇ ਕੰਮ ਕਰੀਦਾ ਯਿਸੂ ਵੱਡੇ ਵੱਡੇ ਕੰਮ ਕਰੀਦਾ सब लोग थैंक यू जीसस सब लोग थैंक यू जीसस कटार चौक रख सब लोग सब अपने इस रूप रखो अखा बंद करो जो बीमार अपनी बीमारी वाली जगह पे हाथ रख रिसीव रिसीव करो प्रभु कह रहे कि 12 से 2 की प्रेयर करनी शुरू करो मैं तुहानू भी बड़ी गवाही ना लेके आ रहा यीशु के नाम पे 12 से 2 शुरू हो जाओ सब लोग थैंक यू जीसस मैं bless सब लोग मैं bless सब लोग पिता तेरा फजल मेरे लिए काफी है तेरा फजल मेरे लिए काफी है सब लोग आमीन वेरी गुड वेरी नाइस गवाही बस किसी ने शर्माना नहीं ताड़ी रिपोर्टां दे नाल जगह ते गवाही होनी चाहिए कोई